ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਹਰ ਰੋਜ਼ ਦੀ ਤਰ੍ਹਾਂ ਇੱਕ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਸੀ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ। ਕੱਲ ਵਿਚਾਰ ਰਹੇ ਸੀ ਕਿ ਗੁਰ ਨੇ ਐਸਾ ਇਹ ਸੰਸਾਰ ਸਾਨੂੰ ਦਿਖਾ ਦਿੱਤਾ ਤੇ ਸੰਤਾਂ ਨੇ ਗੁਰ ਦਾ ਗਿਆਨ ਦੇ ਕੇ ਪ੍ਰਭੂ ਮਾਰਗ ਦੀ ਸੋਝੀ ਦਿੱਤੀ ਕਿ ਅਸੀਂ ਆਪਣਾ ਸਾਰਾ ਸੰਸਾਰਿਕ ਜੋ ਗਰਭ ਸੀ, ਹੰਕਾਰ ਸੀ, ਉਹ ਛੱਡ ਦਿੱਤਾ, ਤਿਆਗ ਦਿੱਤਾ। ਕਿਉਂਕਿ ਗੁਰਬਾਣੀ 'ਚ ਸਮਝਾਇਆ ਕਿ ਜਿਸ ਕਾਰਜ ਵਾਸਤੇ, ਸ਼ਬਦ ਵਿੱਚ ਸਮਝਾ ਰਹੇ ਸੀ ਸਤਿਗੁਰੂ ਜੀ, ਵੀ ਜਿਸ ਕਾਰਜ ਵਾਸਤੇ ਸਾਨੂੰ ਮਨੁੱਖ ਦੇਹ ਮਿਲੀ ਹੈ ਮਨ ਨੂੰ, ਉਹ ਤਾਂ ਤੂੰ ਕੁਛ ਕੀਤਾ ਹੀ ਨਹੀਂ ਹੈ। ਤੇ ਫਿਰ ਜਦੋਂ ਸੋਝੀ ਆਈ, ਫਿਰ ਉਸ ਮਾਰਗ ਦਾ ਗਿਆਨ ਲਿਆ ਸੰਤਾਂ ਤੋਂ, ਜਿਹਦੇ ਨਾਲ ਫਿਰ ਸੰਸਾਰਿਕ ਹੰਕਾਰ, ਸੰਸਾਰਿਕ ਜੋ ਗਰਭ ਸੀ, ਉਹ ਛੱਡ ਦਿੱਤਾ। ਜਗ ਐਸਾ ਮੋਹਿ ਗੁਰਹਿ ਦਿਖਾਇਓ, ਤੋ ਸਰਨ ਭਰਿਓ ਤਜ ਗਰਬਸੁਆ। ਮਾਰਗ ਪ੍ਰਭ ਕੋ ਸੰਤ ਬਤਾਇਓ, ਦ੍ਰਿੜੀ ਨਾਨਕ ਦਾਸ ਭਗਤ ਹਰਿ ਜਸੁਆ। ਵੀ ਫਿਰ ਸੰਤਾਂ ਨੇ ਮਾਰਗ ਬਤਾਇਆ, ਉਸ ਮਾਰਗ ਨੂੰ ਦ੍ਰਿੜ ਕੀਤਾ, ਉਸ ਜਸ ਨੂੰ ਦ੍ਰਿੜ ਕੀਤਾ, ਜਿਹੜਾ ਜਸ ਆਪ ਮਾਲਕ ਆਪਣੇ ਜਨਾਂ ਦੁਆਰਾ ਆਪ ਕਰਦਾ ਹੈ, ਆਪਣੀ ਸਿਫਤ ਸਲਾਹ ਆਪ ਕਰਾਉਂਦਾ ਹੈ, ਆਪਣਾ ਗਿਆਨ ਆਪ ਦਿੰਦਾ ਹੈ। ਕਿਉਂਕਿ ਜਿਹੜਾ ਹਰੀ ਦਾ ਜਸ ਹੈ, ਜਦ ਤੱਕ ਆਪਾਂ ਸੁਣਿਆ ਨਹੀਂ ਤੇ ਅੱਗੇ ਕਿਸੇ ਨੂੰ ਦੱਸ ਵੀ ਨਹੀਂ ਸਕਦੇ। ਜਦ ਤੱਕ ਗੁਰ ਦਾ ਗਿਆਨ ਆਪਾਂ ਲਿਆ ਨਹੀਂ, ਆਪਾਂ ਬਿਆਨ ਵੀ ਨਹੀਂ ਕਰ ਸਕਦੇ। ਉਦੋਂ ਤੱਕ ਸਾਡੀ ਭਗਤੀ ਵੀ ਸ਼ੁਰੂ ਨਹੀਂ ਹੁੰਦੀ, ਜਦ ਤੱਕ ਅਸੀਂ ਗੁਰ ਦਾ ਗਿਆਨ ਨਹੀਂ ਲੈਂਦੇ। ਭਾਈ ਰੇ ਗੁਰ ਬਿਨ ਭਗਤ ਨਾ ਹੋਏ, ਗੁਰ ਤੋਂ ਬਿਨਾਂ ਭਗਤੀ ਨਹੀਂ ਹੈ। ਤੇ ਕੁਛ ਲੋਕ ਗੱਲਾਂ ਦੇ ਨਾਲ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਨੇ, ਪਰ ਨਾ ਤਾਂ ਉਹਨਾਂ ਨੇ ਹਰੀ ਦਾ ਜਸ ਸੁਣਿਆ ਹੁੰਦਾ ਤੇ ਨਾ ਉਹਨਾਂ ਗਾਇਆ ਹੈ। ਸਿਰਫ ਗੱਲਾਂ ਦੇ ਨਾਲ ਅਸਮਾਨ ਨੂੰ ਧਰਤੀ 'ਤੇ ਲਿਆਉਣ ਦੀ ਕੋਸ਼ਿਸ਼ ਕਰਦੇ ਨੇ। ਤੇ ਬਾਬਾ ਕਬੀਰ ਜੀ ਸਮਝਾਉਂਦੇ ਨੇ ਕਿ ਐਸੇ ਜਨਾਂ ਤੋਂ ਡਰ ਕੇ ਹੀ ਰਹਿਣਾ ਚਾਹੀਦਾ ਹੈ। ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਸਿਓ ਅਸਮਾਨ ਗਿਰਾਵੈ। ਐਸੇ ਲੋਗਨ ਸਿਓ ਕਹਿ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿਨ ਤੇ ਸਦਾ ਡਰਾਨੇ ਰਹੀਏ। ਵੀ ਜਿਹੜੇ ਪ੍ਰਭੂ ਨੇ ਆਪਣੀ ਭਗਤੀ ਦੇ ਵਿੱਚ ਲਾਈ ਨਹੀਂ, ਜਿਨ੍ਹਾਂ ਗੁਰ ਦਾ ਗਿਆਨ ਹੀ ਨਹੀਂ ਪ੍ਰਾਪਤ ਕੀਤਾ, ਜਾਂ ਉਹਨਾਂ ਨੂੰ ਇੱਛਾ ਹੀ ਨਹੀਂ ਪੈਦਾ ਕੀਤੀ ਗੁਰ ਦਾ ਗਿਆਨ ਲੈਣ ਦੀ, ਵੀ ਤਾਂ ਪ੍ਰਭੂ ਨੇ ਭਗਤੀ ਤੋਂ ਬਾਝ ਕੀਤੇ ਨੇ, ਇਹਨਾਂ ਤੋਂ ਆਪਾਂ ਡਰ ਕੇ ਹੀ ਰਹਿਣਾ ਹੈ। ਕਿਉਂਕਿ ਹਰੀ ਦੇ ਜਸ ਨੂੰ ਸੁਣ ਕੇ ਤੇ ਹਰੀ ਦੇ ਜਸ ਨੂੰ ਦ੍ਰਿੜ ਕਰਨਾ ਹੈ, ਮਾਰਗ ਨੂੰ ਦ੍ਰਿੜ ਕਰਨਾ ਹੈ। ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਅਗਲਾ ਸ਼ਬਦ ਹੈ ਗੌੜੀ ਰਾਗ ਦੇ ਵਿੱਚ, ਤੁਝ ਬਿਨ ਕਵਣ ਹਮਾਰਾ, ਮੇਰੇ ਪ੍ਰੀਤਮ ਪ੍ਰਾਣ ਆਧਾਰਾ। ਜਦੋਂ ਫਿਰ ਮਨ
ਉਸ ਪ੍ਰੀਤਮ ਨੂੰ, ਉਸ ਪ੍ਰਭੂ ਨੂੰ ਪ੍ਰਾਣਾਂ ਦਾ ਆਧਾਰ ਬਣਾ ਲੈਂਦਾ ਹੈ, ਕਿਉਂਕਿ ਪ੍ਰਭੂ ਪ੍ਰਾਣਪਤ ਦਾਤਾ ਹੈ। ਜਦੋਂ ਅਸੀਂ ਸਵਾਸ ਗਰਾਸ ਆਪਣਾ ਸਿਮਰਨ ਬਣਾ ਲੈਂਦੇ ਹਾਂ ਧਿਆਨ ਦਾ, ਜਿੱਥੋਂ ਸਵਾਸ ਅੰਦਰ ਜਾਂਦਾ ਬਾਹਰ ਆਉਂਦਾ, ਉੱਥੇ ਆਪਾਂ ਆਰਾਧਨਾ ਸ਼ੁਰੂ ਕਰ ਦਿੰਦੇ ਹਾਂ, ਧਿਆਉਣਾ ਸ਼ੁਰੂ ਕਰ ਦਿੰਦੇ ਹਾਂ। ਜਦੋਂ ਜਿੱਥੇ ਆਪਾਂ ਪ੍ਰਭੂ ਨੂੰ ਪਾਉਂਦੇ ਹਾਂ, ਗੁਰੂ ਨੂੰ ਪਾਉਂਦੇ ਹਾਂ। ਇਸ ਬਾਰੇ ਸਤਿਗੁਰ ਸਮਝਾਉਂਦੇ ਨੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੇ। ਆਪਾਂ ਧਿਆਉਣਾ ਹੈ ਸਵਾਸ ਗਰਾਸ, ਉਸ ਨੂੰ ਆਧਾਰ ਬਣਾ ਲੈਂਦੇ ਹਾਂ, ਅਤੇ ਉਸ ਤੋਂ ਬਿਨਾਂ ਫਿਰ ਦੂਜਾ ਕੋਈ ਸਾਡਾ ਨਹੀਂ ਹੈ, ਕਿਉਂਕਿ ਅਸੀਂ ਹੋਰ ਨੂੰ ਨਹੀਂ ਮੰਨਦੇ, ਹੋਰ ਨੂੰ ਆਪਣਾ ਨਹੀਂ ਬਣਾਉਂਦੇ, ਨਾ ਕਿਸੇ ਦੇ ਬਣਦੇ ਹਾਂ। ਅਸੀਂ ਪ੍ਰਭੂ ਦੇ ਹੋ ਜਾਂਦੇ ਅਤੇ ਪ੍ਰਭੂ ਸਾਡਾ ਹੋ ਜਾਂਦਾ ਹੈ। ਉਹ ਪ੍ਰਾਣਪਤ ਦਾਤਾ ਹੈ। ਇਸ ਕਰਕੇ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਫਿਰ ਜੀਵ ਬੇਨਤੀ ਕਰਦਾ ਹੈ ਕਿ ਹੇ ਮੇਰੇ ਪ੍ਰੀਤਮ, ਹੁਣ ਤੁਸੀਂ ਮੇਰੇ ਪ੍ਰਾਣਾਂ ਦਾ ਆਧਾਰ ਹੈ, ਤੇਰੇ ਬਿਨਾਂ ਹੋਰ ਸਾਡਾ ਦੂਜਾ ਕੋਈ ਨਹੀਂ। ਤੁਝ ਬਿਨਾਂ ਕਵਣ ਹਮਾਰਾ, ਤੇਰੇ ਤੋਂ ਬਿਨਾਂ ਦੂਜਾ ਨਹੀਂ ਹੈ। ਰਹੋ ਪੰਕਤੀਆਂ ਸੀ ਸ਼ਬਦ ਦੀਆਂ। ਅੰਤਰ ਕੀ ਬਿਦ ਤੁਮ ਹੀ ਜਾਨੀ, ਤੁਮ ਹੀ ਸਜਨ ਸਹੇਲੇ। ਕਿਉਂਕਿ ਅੰਤਰ ਦਾ ਗਿਆਨ ਵੀ ਤੇਰੇ ਤੋਂ ਹੀ ਪ੍ਰਾਪਤ ਕੀਤਾ ਹੈ। ਤੂੰ ਹੀ ਦਇਆ ਕੀਤੀ ਹੈ, ਤੂੰ ਹੀ ਆਪਣੇ ਜਨਾਂ ਨੂੰ, ਜਿਨ੍ਹਾਂ 'ਤੇ ਖੁਸ਼ ਹੁੰਦਾ, ਗਿਆਨ ਦਿੰਦਾ ਹੈ, ਜਨਾਉਂਦਾ ਹੈ। ਤੂੰ ਹੀ ਸਾਡਾ ਸਜਣ ਹੈ, ਤੂੰ ਹੀ ਸਹੇਲਾ ਹੈ, ਤੇਰੇ ਤੋਂ ਬਿਨਾਂ ਦੂਜਾ ਨਹੀਂ ਹੈ। ਸਰਬ ਸੁੱਖਾ ਮੈਂ ਤੁਝ ਤੇ ਪਾਏ, ਮੇਰੇ ਠਾਕੁਰ ਅਗੈ ਅਤੋਲੇ। ਕਿ ਹੁਣ ਜਦੋਂ ਭਗਤੀ ਸ਼ੁਰੂ ਹੋ ਜਾਂਦੀ, ਮਾਲਕ ਦੇ ਸਨਮੁਖ ਹੋ ਜਾਂਦੇ, ਪ੍ਰਗਟ ਹੋ ਜਾਂਦਾ ਹੈ, ਫਿਰ ਆਪਾਂ ਉਸ ਪ੍ਰਭੂ ਦੇ ਸਿਫਤ ਸਲਾਹ ਕਰਦੇ ਹਾਂ, ਫਿਰ ਪ੍ਰਭੂ ਦੇ ਨਾਲ ਗੱਲਾਂ ਕਰਦੇ ਹਾਂ, ਉਸ ਦੀ ਉਸਤਤ ਕਰਦੇ ਹਾਂ, ਵਡਿਆਈ ਕਰਦੇ ਹਾਂ, ਕਿਉਂਕਿ ਜਦੋਂ ਸਾਹਮਣੇ ਪ੍ਰਗਟ ਹੈ। ਜਦ ਤੱਕ ਪ੍ਰਗਟ ਨਹੀਂ ਜੇ ਆਪਾਂ ਕਰੀਏ ਤਾਂ ਵਿਅਰਥ ਨੇ। ਜਿਵੇਂ ਆਪਾਂ ਕੋਈ ਬੰਦਾ ਦੂਰ ਬੈਠਾ ਹੋਵੇ ਅਤੇ ਆਪਾਂ ਕਿਸੇ ਦੀਆਂ ਗੱਲਾਂ ਕਰੀ ਜਾਈਏ, ਸਿਫਤ ਸਲਾਹ ਕਰੀ ਜਾਈਏ, ਉਹਨੂੰ ਤਾਂ ਕੋਈ ਪਤਾ ਨਹੀਂ। ਇੱਦਾਂ ਹੀ ਪ੍ਰਭੂ ਨੂੰ ਜਾਣਿਆ ਨਹੀਂ, ਪ੍ਰਭੂ ਚੌਥੇ ਪਦ ਵਿੱਚ, ਅਸੀਂ ਤ੍ਰੈ ਗੁਣਾਂ ਦੇ ਵਿੱਚ ਉਸ ਦੀਆਂ ਵਡਿਆਈ ਕਰੀ ਜਾਈਏ, ਵਿਅਰਥ ਹੈ। ਪਹਿਲਾਂ ਚੌਥੇ ਪਦ ਵਿੱਚ ਜਾਂਦੇ, ਉਸ ਦੇ ਦਰ 'ਤੇ ਬੈਠਦੇ ਹਾਂ, ਉਸ ਦੇ ਦਰ 'ਤੇ ਬੈਠ ਕੇ ਉਹਦੀ ਸਿਫਤ ਸਲਾਹ ਕਰਦੇ ਹਾਂ, ਫਿਰ ਉਸ ਨੂੰ ਅਸੀਂ ਪਾਉਂਦੇ ਹਾਂ। ਭਗਤ ਤੇਰੇ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ। ਜਦੋਂ ਉਸ ਦੇ ਦਰ 'ਤੇ ਉਸ ਦੀ ਸਿਫਤ ਸਲਾਹ ਕਰਦੇ ਹਾਂ। ਇਸ ਕਰਕੇ ਜਿਹੜੇ ਜੀਵ ਫਿਰ ਉਸ ਮਾਲਕ ਨੂੰ ਜਾਣ ਲੈਂਦੇ ਨੇ, ਫਿਰ ਉਸ ਦੇ ਹੋ ਜਾਂਦੇ ਨੇ, ਅਤੇ ਪ੍ਰਭੂ ਵੀ, ਉਹ ਵੀ ਇੰਨਾ ਦਿਆਲੂ ਹੈ, ਉਹ ਸਾਡਾ ਹੋ ਜਾਂਦਾ ਹੈ। ਜਿਵੇਂ ਆਪਾਂ ਇੱਕ ਸਾਖੀ ਸੁਣੀ ਹੈ ਕਿ ਇੱਕ ਭਾਈ ਜੋਗਾ ਸਿੰਘ ਸੀ, ਬੱਚਾ ਸੀ, ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੰਗਤ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਲੈ ਕੇ ਆਏ। ਅਤੇ ਜਿਵੇਂ ਸਾਖੀਕਾਰ ਸੁਣਾਉਂਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਬੱਚੇ ਨੂੰ ਪੁੱਛਿਆ ਵੀ ਕਾਕਾ ਤੇਰਾ ਨਾਂ ਕੀ ਹੈ, ਅਤੇ ਉਸਨੇ ਕਿਹਾ ਜੋਗਾ। ਅਤੇ ਗੁਰੂ ਸਾਹਿਬ ਨੇ ਪੁੱਛਿਆ ਕਿਹਦੇ ਜੋਗਾ, ਅਤੇ ਕਹਿੰਦਾ ਗੁਰੂ ਜੋਗਾ। ਅਤੇ ਗੁਰੂ ਸਾਹਿਬ ਕਹਿੰਦੇ ਗੁਰੂ ਤੇਰੇ ਜੋਗਾ। ਜਦੋਂ ਅਸੀਂ ਉਸ ਪ੍ਰਭੂ ਦੇ ਹੋ ਜਾਂਦੇ ਹਾਂ, ਉਸ ਦੇ ਜੋਗੇ ਹੋ ਜਾਂਦੇ, ਇੱਥੇ ਉਹੀ ਹੈ ਅਵਸਥਾ। ਤੇਰੇ ਤੇ ਬਿਨਾਂ ਹੋਰ ਨਹੀਂ, ਬਸ ਤੇਰੇ ਜੋਗਾ ਹਾਂ, ਤੂੰ ਹੀ ਮੇਰਾ ਸਭ ਕੁਛ ਹੈ, ਅਤੇ ਪ੍ਰਭੂ ਫਿਰ ਸਾਡੇ ਜੋਗਾ ਹੋ ਜਾਂਦਾ ਹੈ। ਇਸ ਕਰਕੇ ਇੱਥੇ ਫਿਰ ਸਮਝਾਉਂਦੇ ਨੇ ਕਿ ਸਾਰੇ ਸੁੱਖ ਤੇਰੇ ਤੋਂ ਪ੍ਰਾਪਤ ਕੀਤੇ, ਤੂੰ ਅਗਾਹ ਹੈ, ਤੂੰ ਅਤੋਲ ਹੈ, ਤੇਰੇ ਸੁੱਖਾਂ ਦਾ ਕੋਈ ਅੰਤ ਨਹੀਂ, ਬਿਆਨ ਨਹੀਂ ਕੀਤੇ ਜਾ ਸਕਦੇ। ਵਰਨ ਨਾ ਸਾਕੂੰ ਤੁਮਰੇ ਰੰਗਾ, ਗੁਣ ਨਿਧਾਨ ਸੁਖ ਦਾਤੇ। ਹੇ ਗੁਣਾਂ ਦੇ ਖਜ਼ਾਨੇ, ਹੇ ਸੁੱਖਾਂ ਦੇ ਦਾਤੇ, ਤੇਰੀ
ਰਹਿਮਤ ਨੂੰ ਮੈਂ ਵਰਨ ਨਹੀਂ ਕਰ ਸਕਦਾ, ਕਿਉਂਕਿ ਬੇਅੰਤ ਹੈ, ਤੂੰ ਅਤੋਲ ਹੈ, ਆਗਾ ਹੈ। ਅਗਮ ਅਗੋਚਰ ਪ੍ਰਭ ਅਬਿਨਾਸੀ, ਪੂਰੇ ਗੁਰ ਤੇ ਜਾਤੇ। ਤੂੰ ਅਗਮ ਹੈ, ਅਗੋਚਰ ਹੈ, ਤੂੰ ਪ੍ਰਭੂ ਅਬਿਨਾਸੀ ਹੈ। ਤੈਨੂੰ ਪੂਰੇ ਗੁਰ ਲੈ ਕੇ ਤੈਨੂੰ ਜਾਣ ਲਿਆ ਹੈ, ਤੈਨੂੰ ਜਾਣ ਸਕਦੇ ਹਾਂ, ਪਰ ਤੇਰੀ ਮਹਿਮਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਤੇਰੇ ਰੰਗਾਂ ਦਾ ਵਰਣਨ ਨਹੀਂ ਕਰ ਸਕਦੇ, ਕਿ ਤੂੰ ਅਥਾਹ ਹੈ, ਅਤੁਲ ਹੈ। ਭਰਮ ਭਉ ਕਾਟ ਕੀਏ ਨਿਹ ਕੇਵਲ, ਜਬ ਤੇ ਹਉਮੈ ਮਾਰੀ। ਜਦੋਂ ਗੁਰ ਦਾ ਗਿਆਨ ਲੈ ਕੇ ਭਰਮ ਖਤਮ ਹੋ ਗਿਆ, ਹਉਮੈ ਖਤਮ ਹੋ ਗਈ, ਤੇ ਫਿਰ ਹੁਣ ਸਿਰਫ ਤੂੰ ਹੀ ਸਾਡਾ ਹੋ ਗਿਆ ਹੈ, ਕਿਉਂਕਿ ਜਦ ਤੱਕ ਹਉਮੈ ਹੈ ਪ੍ਰਭੂ ਨੂੰ ਹਉਮੈ ਨਹੀਂ ਪਾਉਂਦੀ, ਉਹ ਮਾਲਕ ਸਾਤੋਂ ਦੂਰ ਹੈ। ਜਦੋਂ ਹਉਮੈ ਮਰ ਗਈ, ਹਉਮੈ ਖਤਮ ਹੋ ਗਈ, ਮਨ ਨਿਰਾਕਾਰ ਰੂਪ ਹੋ ਗਿਆ, ਪ੍ਰਕਾਸ਼ ਰੂਪ ਹੋ ਗਿਆ, ਤੇ ਫਿਰ ਉਹੀ ਹੈ, ਦੂਜਾ ਨਹੀਂ ਹੈ। ਜਨਮ ਮਰਨ ਕੋ ਚੁੱਕੋ ਸਹਿਸਾ, ਸਾਧ ਸੰਗਤ ਦਰਸਾਰੀ। ਸਾਧੂ ਸੰਗਤ ਦੇ ਵਿੱਚ ਇਹ ਗਿਆਨ ਲਿਆ, ਭੇਤ ਆਇਆ ਤੇ ਦਰਸ਼ਨ ਕੀਤੇ, ਤੇ ਹੁਣ ਜਨਮ ਮਰਨ ਦਾ ਸਹਿਸਾ ਖਤਮ ਹੋ ਗਿਆ ਹੈ, ਭਰਮ ਖਤਮ ਹੋ ਗਿਆ ਹੈ, ਹੁਣ ਪੂਰਾ ਭਰੋਸਾ ਹੋ ਗਿਆ ਹੈ, ਮਨ ਪ੍ਰਕਾਸ਼ ਹੋ ਕੇ ਸਮਾ ਗਿਆ, ਜੀਵਨ ਮੁਕਤ ਦੀ ਅਵਸਥਾ ਬਣ ਜਾਂਦੀ ਹੈ। ਨਾਮ 'ਚ ਸਮਾ ਜਾਂਦਾ ਹੈ ਮਨ, ਆਪਣਾ ਮੁਖ ਵੀ ਪ੍ਰਕਾਸ਼ ਹੋ ਜਾਂਦਾ ਹੈ, ਤੇ ਇੱਕ ਰੂਪ ਹੋ ਜਾਂਦੇ ਪ੍ਰਭੂ ਦੇ ਨਾਲ। ਉਦੋਂ ਫਿਰ ਸਾਡਾ ਜਨਮ ਮਰਨ ਖਤਮ ਹੋ ਜਾਂਦਾ ਹੈ। ਜਿੱਥੇ ਭਗਤਾਂ ਨੇ ਦੱਸਿਆ ਹੈ ਕਿ ਸਾਡਾ ਭਰਮ ਸਮੁੰਦਰਾਂ ਤੋਂ ਵੀ ਦੂਰ ਚਲੇ ਗਿਆ ਹੈ, ਭਰਮ ਗਇਓ ਸਮੁੰਦਰੋਂ ਪਾਰ, ਕਿਉਂਕਿ ਉਸ ਪ੍ਰਭੂ ਦੇ ਨਾਲ ਜਦੋਂ ਮਿਲਾਪ ਹੋ ਗਿਆ, ਜਦ ਦੇਖਿਆ ਕਿ ਆਪਣਾ ਤੇ ਉਸ ਪ੍ਰਭੂ ਇੱਕ ਰੂਪ ਹੈ। ਬਾਬਾ ਕਬੀਰ ਸਮਝਾਉਂਦੇ ਨੇ, ਰਾਮ ਕਬੀਰਾ ਏਕ ਪਏ, ਕੋਈ ਨਾ ਸਕੇ ਪਛਾਣ। ਪਰ ਇਹ ਕਦੋਂ ਹੈ ਅਵਸਥਾ? ਜਦੋਂ ਆਪਾ ਖਤਮ ਹੁੰਦਾ, ਹਉਮੈ ਖਤਮ ਹੁੰਦੀ ਹੈ। ਜਦ ਤੱਕ ਆਪਾ ਹੈ ਉਹ ਨਹੀਂ ਹੈ। ਜਬ ਹਮ ਹੋਤੇ तब तू नाही, अब तू ही मैं नाही। अनल अगम जैसे लहर में उदद, जल केवल जल माही। माधवे क्या कहिए परम ऐसा, जैसा मानिया होए न तैसा। ਭਰਮ ਐਸਾ ਸੀ ਕਿ ਜਿਹਾ ਜਿਹਾ ਅਸੀਂ ਸਮਝਦੇ ਸੀ, ਸੋਚਿਆ ਸੀ, ਉਹੋ ਜਿਹਾ ਪ੍ਰਭੂ ਹੈ ਨਹੀਂ। ਕਿਉਂਕਿ ਪ੍ਰਕਾਸ਼ ਰੂਪ ਅਸੀਂ ਤਾਂ ਹੀ ਸਮਝਦੇ ਰਹੇ, ਕਿਤੇ ਆਕਾਰ ਦੇ ਵਿੱਚ ਬੈਠਾ ਚਲਾ ਰਿਹਾ ਹੈ, ਸੰਸਾਰ ਨੂੰ ਸਿਰਜ ਰਿਹਾ ਹੈ। ਪਰ ਹੁਣ ਭੇਤ ਆ ਗਿਆ, ਹੁਣ ਉਹਦਾ ਹੀ ਰੂਪ ਹੋ ਗਏ। ਚਰਨ ਪਖਾਰ ਕਰੋ ਗੁਰ ਸੇਵਾ, ਬਾਰ ਜਾਓ ਲੱਖ ਬਰੀਆਂ। ਕਹਿੰਦੇ ਹੁਣ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਉਸ ਨੂੰ ਪ੍ਰਾਪਤ ਕਰਕੇ ਹੁਣ ਉਸ ਦੀ ਸੇਵਾ ਕਰਦੇ ਹਾਂ। ਗੁਰ ਦੀ ਸੇਵਾ, ਪ੍ਰਭੂ ਦੇ ਚਰਨ ਕੀ ਹੈ? ਗੁਰ। ਵੀ ਹੁਣ ਉਸ ਦੇ ਗੁਰ ਦੀ ਸੇਵਾ ਕਰਦੇ ਹਾਂ। ਇੱਕ ਵਾਰ ਨਹੀਂ, ਬਾਰ ਜਾਓ ਲੱਖ ਵਰੀਆਂ। ਇੱਕ ਵਾਰ ਨਹੀਂ, ਬਾਰ ਬਾਰ ਗੁਰ ਤੋਂ ਬਲਿਹਾਰੇ ਜਾਂਦੇ ਹਾਂ। ਬਾਰ ਬਾਰ ਆਪਾਂ ਧਿਆਨ ਲਾਉਂਦੇ ਹਾਂ, ਸਮ ਕਰਦੇ ਹਾਂ, ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਧਿਆਨ ਜੋੜਦੇ। ਇਹ ਆਪਣੀ ਭਗਤੀ ਹੈ। ਬਾਰ ਬਾਰ ਉਸ ਨੂੰ ਨਮਸਕਾਰ ਕਰਨਾ ਹੈ, ਮਨ ਨੂੰ ਨਿਭਾਉਣਾ ਹੈ। ਜਿਹੇ ਪ੍ਰਸਾਦ ਇਹ ਪਾਉ ਜਲ ਤਰਿਆ, ਜਨ ਨਾਨਕ ਪਿਰਿਆ ਸੰਗ ਮਿਰਿਆ। ਵੀ ਗੁਰ ਦੀ ਅਸੀਂ ਇੱਕ ਵਾਰ ਨਹੀਂ, ਲੱਖ ਵਾਰ ਜਾਂਦੇ। ਜਿਹਦੀ ਕਿਰਪਾ ਦੇ ਨਾਲ ਅਸੀਂ ਭਵ ਸਾਗਰ ਨੂੰ ਪਾਰ ਕੀਤਾ, ਗੁਰ ਦੀ ਕਿਰਪਾ ਦੇ ਨਾਲ, ਤੇ ਉਸ ਪ੍ਰਭੂ ਦੇ ਨਾਲ ਸਾਡਾ ਮਿਲਾਪ ਹੋਇਆ। ਜਨ ਨਾਨਕ ਪਿਰਿਆ ਸੰਗ ਮਿਰਿਆ। ਵੀ ਪਿਆਰ ਪ੍ਰਭੂ ਦੇ ਨਾਲ ਮਿਲਾਪ ਹੋਇਆ, ਭਵ ਸਾਗਰ ਨੂੰ ਪਾਰ ਕੀਤਾ, ਜਿਹਦੀ ਕਿਰਪਾ ਦੇ ਨਾਲ ਉਸ ਗੁਰ ਨੂੰ ਇੱਕ ਵਾਰ ਨਹੀਂ, ਲੱਖਾਂ ਵਾਰ ਉਸ ਦੀ ਸੇਵਾ ਕਰਦੇ ਹਾਂ। ਬਾਰ ਬਾਰ ਉਸ ਤੋਂ ਬਲਿਹਾਰੇ ਜਾਂਦਾ ਹਾਂ। ਆਓ ਅਗਲਾ ਸ਼ਬਦ ਹੈ, ਗੌੜੀ ਰਾਗ ਦੇ ਵਿੱਚ ਹੀ ਮਹੱਲੇ ਪੰਜਵੇਂ ਦਾ ਸ਼ਬਦ ਹੈ। ਇਹ ਆਪਾਂ ਕਈ ਵਾਰੀ ਸਮਝਿਆ ਹੈ, ਦੱਸਿਆ ਹੈ ਕਿ ਇਹ ਜਿਹੜਾ ਮਹੱਲਾ ਹੈ,
ਮਹੱਲੇ ਦੇ ਵਿੱਚ ਬਹੁਤ ਸਾਰੀ ਸੰਗਤ ਦੀ ਬਾਣੀ ਹੈ, ਗੁਰਸਿੱਖਾਂ ਦੀ ਬਾਣੀ ਹੈ। ਹਰ ਇੱਕ ਗੁਰਸਿੱਖ ਨੇ ਆਪਣਾ ਆਪਣਾ ਪ੍ਰੈਕਟੀਕਲ ਬਿਆਨ ਕੀਤਾ ਹੋਇਆ ਹੈ, ਜੋ ਜਿਸ ਅਵਸਥਾ ਦੇ ਵਿੱਚ। ਅਤੇ ਗੁਰੂ ਸਾਹਿਬਾਨਾਂ ਨੇ ਉਹਨਾਂ ਦੇ, ਕਿਉਂਕਿ ਗੁਰੂ ਸਾਹਿਬਾਨਾਂ ਨੇ ਕਿਸੇ ਦੇ ਨਾਲ ਵਿਤਕਰਾ ਨਹੀਂ ਕੀਤਾ। ਜਿਨ੍ਹਾਂ ਨੇ ਸਹੀ ਆਪਣਾ ਮਾਰਗ ਬਿਆਨ ਕੀਤਾ, ਉਸ ਨੂੰ ਗੁਰਬਾਣੀ ਦੇ ਵਿੱਚ ਦਰਜ ਕਰ ਦਿੱਤਾ, ਤਾਂ ਕਿ ਜੀਵਾਂ ਦੇ ਸੁਣ ਕੇ, ਪੜ੍ਹ ਕੇ, ਸੁਣ ਕੇ, ਸਮਝ ਕੇ, ਮੰਨ ਕੇ ਅਤੇ ਆਪ ਵੀ ਇਸ ਨੂੰ ਕਮਾ ਸਕਣ ਅਤੇ ਆਪਣੇ ਜੀਵਨ ਦਾ ਲਾਹਾ ਲੈ ਸਕਣ। ਇਸ ਕਰਕੇ ਬਾਰ-ਬਾਰ ਗੱਲ ਉਹੀ ਆਉਂਦੀ ਹੈ, ਹਰ ਇੱਕ ਗੁਰਸਿੱਖ ਆਪਣਾ ਜੋ ਤਜਰਬਾ ਹੈ, ਪ੍ਰੈਕਟੀਕਲ ਹੈ, ਕਿਵੇਂ ਉਹਨਾਂ ਕੀਤਾ, ਕਿਹਨੂੰ ਕਮਾਇਆ, ਕੀ ਕੀਤਾ, ਉਹ ਸਾਰਾ ਸਾਨੂੰ ਇੱਕ ਕਾਵਿ ਰੂਪ ਦੇ ਵਿੱਚ ਗੁਰਬਾਣੀ ਦੇ ਵਿੱਚ ਬਿਆਨ ਕੀਤਾ ਹੈ ਭਾਈ ਗੁਰਦਾਸ ਜੀ ਨੇ, ਜਿਸ ਨੂੰ ਕਾਵਿ ਰੂਪ ਦਿੱਤਾ ਹੈ। ਆਓ ਗੌੜੀ ਰਾਗ ਦੇ ਵਿੱਚ ਮਹੱਲਾ ਪੰਜਵਾਂ। ਤੁਝ ਬਿਨ ਕਵਨ ਰਿਝਾਵੈ ਤੋਹੀ, ਤੇਰੋ ਰੂਪ ਸਗਲ ਦੇਖ ਮੋਹੀ। ਉਸ ਪ੍ਰਭੂ ਦੀ ਕਿਰਪਾ ਤੋਂ ਬਿਨਾਂ ਉਸ ਨੂੰ ਆਪਾਂ ਰਿਝਾ ਵੀ ਨਹੀਂ ਸਕਦੇ, ਕਿਉਂਕਿ ਜਦ ਤੱਕ ਸਾਨੂੰ ਦਰਸ਼ਨ ਹੀ ਨਹੀਂ ਦੇਵੇਗਾ, ਅਸੀਂ ਪਿਆਰ ਕਿਵੇਂ ਕਰਾਂਗੇ। ਅਤੇ ਦਰਸ਼ਨ ਦੇ ਤਰੀਕਾ ਵੀ ਕੌਣ ਦੱਸਦਾ ਹੈ? ਆਪ ਪ੍ਰਭੂ ਆਪਣੇ ਜਨਾਂ ਦੁਆਰਾ। ਇਸ ਕਰਕੇ ਆਪ ਹੀ ਆਪਣੀ ਸੇਵਾ ਦੇ ਵਿੱਚ ਲਾਉਂਦਾ ਹੈ, ਆਪ ਹੀ ਜੀਵਾਂ ਨੂੰ, ਜਿਨ੍ਹਾਂ 'ਤੇ ਖੁਸ਼ ਹੁੰਦਾ ਹੈ, ਜਿਨ੍ਹਾਂ ਦੇ ਅੰਦਰ ਸ਼ਰਧਾ ਹੈ, ਜਿਨ੍ਹਾਂ ਦੇ ਅੰਦਰ ਬੈਰਾਗ ਹੈ। ਇੱਥੇ ਤੱਕ ਵੀ ਚਲੇ ਜਾਈਏ ਅਤੇ ਬੈਰਾਗ ਲਾਉਣ ਵਾਲਾ ਵੀ ਆਪ ਹੈ। ਜੇ ਅੱਜ ਆਪਾਂ ਜੁੜੇ ਹਾਂ ਸੰਗਤ ਰੂਪ ਦੇ ਵਿੱਚ, ਆਪਾਂ ਪ੍ਰਭੂ ਦੇ ਨਾਮ ਨੂੰ ਧਿਆਉਂਦੇ ਹਾਂ, ਉਸ ਦੀਆਂ ਵਿਚਾਰਾਂ ਕਰਦੇ ਹਾਂ, ਇਹ ਉਸ ਦੀ ਦਇਆ ਸਦਕਾ ਹੈ, ਕਿਉਂਕਿ ਉਸ ਦੀ ਦਇਆ ਤੋਂ ਬਿਨਾਂ ਆਪਾਂ ਨਹੀਂ ਕਰ ਸਕਦੇ। ਉਸ ਮਾਲਕ ਨੇ ਦਇਆ ਕੀਤੀ, ਸਾਨੂੰ ਵਡਭਾਗੇ ਬਣਾਇਆ ਹੈ, ਸਾਨੂੰ ਆਪਣੇ ਵਿਚਾਰ ਦੇ, ਕਰਨ ਦੇ, ਸੁਣਨ ਦੇ ਲਾਇਕ ਬਣਾਇਆ ਹੈ। ਇਹ ਉਸ ਦੀ ਦਇਆ ਸਦਕਾ ਹੈ। ਆਪ ਹੀ ਖੁਸ਼ ਹੋ ਕੇ ਆਪ ਹੀ ਫਿਰ ਆਪਣਾ ਪਿਆਰ ਪਾਉਂਦਾ ਹੈ। ਜਿੱਥੇ ਆਪ ਰੀਝਦਾ ਹੈ, ਖੁਸ਼ ਹੁੰਦਾ ਹੈ, ਆਪਣੀ ਵਿਚਾਰ ਕਰਦਾ ਵੀ ਹੈ, ਸੁਣਦਾ ਵੀ ਹੈ। ਇਸ ਕਰਕੇ ਉਸ ਤੋਂ ਬਿਨਾਂ ਦੂਜਾ ਨਹੀਂ ਰਿਝਾ ਸਕਦਾ। ਤੁਝ ਬਿਨ ਕਵਨ ਰਿਝਾਵੈ ਤੋਹੀ, ਤੇਰੋ ਰੂਪ ਸਗਲ ਦੇਖ ਮੋਹੀ। ਹੁਣ ਤੇਰਾ ਹੀ ਰੂਪ ਹੈ ਸਾਰੇ ਪਾਸੇ, ਮਨ ਪਿਆਰ ਪੈ ਗਿਆ ਹੈ। ਹੁਣ ਦੇਖ ਦੇਖ ਕੇ ਮਨ ਸਾਡਾ ਵੀ ਰਿਝਦਾ ਹੈ ਅਤੇ ਪ੍ਰਭੂ ਵੀ ਖੁਸ਼ ਹੁੰਦਾ ਹੈ ਕਿ ਮੇਰੇ ਬੱਚੇ ਮੈਨੂੰ ਪਿਆਰ ਕਰਦੇ ਨੇ, ਮੇਰੀ ਸਿਫਤ ਸਲਾਹ ਕਰਦੇ ਨੇ, ਮੇਰੀਆਂ ਵਿਚਾਰਾਂ ਕਰਦੇ ਨੇ। ਅਤੇ ਆਪ ਬੈਠਾ ਸੁਣਦਾ ਵੀ ਹੈ ਅਤੇ ਵਿਚਾਰ ਕਰਵਾਉਂਦਾ ਵੀ ਹੈ, ਖੁਸ਼ ਹੁੰਦਾ ਹੈ, ਰਿਝਦਾ ਹੈ। ਜਿਵੇਂ ਮਾਂ ਬਾਪ ਬੱਚਿਆਂ 'ਚ ਬੈਠਾ ਖੁਸ਼ ਹੁੰਦਾ ਜਦੋਂ ਉਸਦੇ ਬੱਚੇ ਪਿਆਰ ਦੇ ਵਿੱਚ ਬੈਠੇ ਗੱਲਾਂ ਕਰਦੇ ਨੇ, ਉਸਦੇ ਆਪਣੇ ਪਿਤਾ ਦੀ ਉਸਤਤ ਕਰਦੇ ਨੇ, ਇੱਦਾਂ ਪ੍ਰਭੂ ਖੁਸ਼ ਹੁੰਦਾ ਹੈ। ਫਿਰ ਸਾਰੇ ਪਾਸੇ ਆਪ ਹੀ ਵਰਤਿਆ ਹੈ। ਉਸੇ ਦੇ ਰੂਪ ਨੂੰ ਦੇਖ ਕੇ ਮੋਹਦੇ ਹਾਂ, ਕਿਉਂਕਿ ਉਸਦੇ ਦੋ ਰੂਪ ਨੇ, ਨਿਰਗੁਣ ਵੀ ਹੈ ਅਤੇ ਸਰਗੁਣ ਵੀ। ਨਿਰਗੁਣ ਆਪ, ਸਰਗੁਣ ਵੀ ਉਹੀ। ਨਿਰਗੁਣ ਵੀ ਆਪ ਹੈ ਅਤੇ ਸਰਗੁਣ ਵੀ ਉਹੀ ਹੈ। ਇਹ ਰਹੋ ਪੰਕਤੀਆਂ ਸੀ ਵਿਚਾਰੀਆਂ। ਸੁਰਗ ਪਿਆਲ ਮਿਰਤ ਭੂ ਮੰਡਲ, ਸਰਬ ਸਮਾਨੋ ਏਕੈ ਤੋਹੀ। ਜਦੋਂ ਪ੍ਰਗਟ ਹੋ ਜਾਂਦਾ ਹੈ ਸਾਰੇ ਪਾਸੇ ਉਹੀ ਹੈ। ਫਿਰ ਚਾਹੇ ਸੁਰਗ ਦੇ ਵਿੱਚ ਹੈ, ਚਾਹੇ ਪਤਾਲ ਦੇ ਵਿੱਚ ਹੈ, ਚਾਹੇ ਇਹ ਮਿਰਤ ਜਿਹੜੀ ਭੂ ਮੰਡਲ ਹੈ, ਜਿਸ ਨੂੰ ਆਪਾਂ ਮਿਰਤ ਲੋਕ ਕਹਿੰਦੇ ਹਾਂ, ਹਰ ਥਾਂ 'ਤੇ ਉਹ ਪ੍ਰਭੂ ਹੈ। ਸਰਬ ਸਮਾਨੋ ਏਕੈ ਤੋਹੀ, ਵੀ ਹੁਣ ਸਾਰੇ ਸਾਨੂੰ ਤਾਂ ਤੂੰ ਹੀ ਦਿਸਦਾ ਹੈ, ਕੋਈ ਦੂਜਾ ਇੱਥੇ ਨਹੀਂ ਹੈ। ਪਰ ਕਦੋਂ? ਜਦੋਂ ਤੂੰ ਖੁਸ਼ ਹੋ ਕੇ ਤੂੰ ਆਪਣੀ ਸੇਵਾ ਦੇ ਵਿੱਚ ਲਾਇਆ ਹੈ, ਆਪਣੇ ਦਰਸ਼ਨ ਦਿੱਤੇ ਨੇ, ਆਪਣਾ ਪਿਆਰ ਬਖਸ਼ਿਸ਼ ਕੀਤਾ। ਹੁਣ ਦੇਖਦੇ ਸਾਰੇ ਪਾਸੇ ਤੂੰ ਹੀ ਸਾਨੂੰ ਨਜ਼ਰ ਆਉਂਦਾ ਹੈ, ਤੇਰੇ ਹੀ ਦਰਸ਼ਨ ਹੁੰਦੇ ਨੇ।
शिव शिव करत सगल कर जोरै, ਸਰਬ ਮਾਇਆ ਠਾਕਰ ਤੇਰੀ ਦੋਹੀ। ਵੀ ਹੁਣ ਤੂੰ ਹੀ ਦਿਸਦਾ ਹੈ, ਤੈਨੂੰ ਧਿਆਉਂਦੇ ਹਾਂ, ਤੇਰੀ ਹੀ ਉਸਤਤ ਕਰਦੇ ਹਾਂ, ਤੇ ਆਪ ਵੀ ਜੁੜੇ ਦੂਜਿਆਂ ਨੂੰ ਵੀ ਜੋੜਦੇ ਹਾਂ। ਜਿਹੜੇ ਜੀਵ ਇਸ ਸੰਸਾਰ ਦੇ ਵਿੱਚ ਇਸ ਫਸੇ ਨੇ, ਦੂਜੇ ਵਿਛੜੇ ਨੇ, ਉਹਨਾਂ ਨੂੰ ਵੀ ਜੋੜਦੇ ਹਾਂ। ਪਰ ਜੋੜਦੇ ਕਿਉਂ ਹਾਂ? ਤੇਰੀ ਦਇਆ ਦੇ ਸਦਕਾ, ਤੇਰੀ ਕਿਰਪਾ ਸਦਕਾ। ਜੋੜੈ ਸਰਬ ਮਾਇਆ ਠਾਕਰ ਤੇਰੀ ਦੋਹੀ। ਵੀ ਤੇਰੀ ਮਾਇਆ ਦੇ ਨਾਲ ਤੇਰਾ ਅਸੀਂ ਗਿਆਨ ਦਿੰਦੇ ਹਾਂ, ਤੇਰੀ ਹੀ ਸਿਫਤ ਸਲਾਹ ਕਰਦੇ ਹਾਂ, ਸਾਰਿਆਂ ਨੂੰ ਤੇਰਾ ਹੀ ਗਿਆਨ ਦਿੰਦੇ ਹਾਂ, ਕਿਉਂਕਿ ਤੂੰ ਦਇਆ ਕੀਤੀ, ਮਾਇਆ ਕੀਤੀ ਸਾਡੇ ਤੇ, ਸਾਨੂੰ ਜਨਾਇਆ ਹੈ, ਸਾਨੂੰ ਦਰਸ਼ਨ ਦਿੱਤੇ, ਹਰ ਪਾਸੇ ਤੂੰ ਦਿਸਦਾ ਹੈ। ਇਸ ਕਰਕੇ ਤੇਰੀ ਕਿਰਪਾ ਸਦਕਾ ਹੀ ਹੋਰਾਂ ਨੂੰ ਵੀ ਅਸੀਂ ਜੁੜਦੇ ਹਾਂ। ਪਤਿਤ ਪਾਵਨ ਠਾਕੁਰ ਨਾਮ ਤੁਮਾਰਾ, ਸੁਖਦਾਈ ਨਿਰਮਲ ਸੀਤਲੋਹੀ। ਹੇ ਠਾਕੁਰ, ਤੇਰਾ ਨਾਮ ਜਿਹੜਾ ਹੈ ਪਤਿਤਾਂ ਨੂੰ ਪਾਵਨ ਕਰਦਾ ਹੈ, ਤੇ ਸੁਖ ਦੇਣ ਵਾਲਾ, ਨਿਰਮਲ ਤੇ ਸੀਤਲ ਕਰ ਦਿੰਦਾ ਹੈ ਮਨ ਨੂੰ। ਮਨ ਠੰਡਾ ਹੋ ਜਾਂਦਾ ਹੈ, ਇਸ ਮਾਇਆ ਦੀ ਅਗਨ ਵਿੱਚ ਸੜਦਾ ਮਨ ਠੰਡਾ ਹੋ ਜਾਂਦਾ ਹੈ। ਸੁਖ ਦੇਣ ਵਾਲਾ ਹੈ, ਨਿਰਮਲ ਹੈ, ਤੇਰਾ ਨਾਮ ਹੈ, ਪਤਿਤਾਂ ਨੂੰ ਪਾਵਨ ਕਰਦਾ ਹੈ। ਗਿਆਨ ਧਿਆਨ ਨਾਨਕ ਵਡਿਆਈ, ਸੰਤ ਤੇਰੇ ਸਿਓ ਗਾਲ ਗਲੋਹੀ। ਵੀ ਤੇਰਾ ਗਿਆਨ, ਤੇਰਾ ਧਿਆਨ, ਤੇਰੀ ਵਡਿਆਈ, ਤੇਰੇ ਸੰਤਾਂ ਤੋਂ ਤੇਰੀਆਂ ਇਹ ਗੱਲਾਂ ਅਸੀਂ ਸੁਣਦੇ ਹਾਂ। ਤੇਰਾ ਗਿਆਨ, ਤੇਰੀ ਸਿਫਤ ਸਲਾਹ ਤੇਰੇ ਸੰਤਾਂ ਤੋਂ ਸੁਣਦੇ ਹਾਂ, ਕਿਉਂਕਿ ਤੂੰ ਆਪ ਆਪਣੇ ਸੰਤਾਂ 'ਚ ਵਸਦਾ ਹੈ। ਤੂੰ ਆਪ ਆਪਣੇ ਸੰਤਾਂ ਦੁਆਰਾ ਗਿਆਨ ਦਿੰਦਾ ਹੈ, ਕਿਉਂਕਿ ਸੰਤ ਅਵਸਥਾ ਜਿਹੜੀ ਹੈ, ਸੰਤ ਅਵਸਥਾ ਜਿਸ ਨੂੰ ਮਹਾਰਾਜ ਸਮਝਾਉਂਦੇ ਨੇ ਕਿ ਉਹ ਅਵਸਥਾ ਹੈ ਜਦੋਂ ਸਾਨੂੰ ਸਾਰੇ ਪਾਸੇ ਬ੍ਰਹਮ ਹੀ ਬ੍ਰਹਮ ਦਿਸਦਾ ਹੈ। ਸੰਤ ਜਨਾਂ ਕਾ ਪੇਖਣ ਸਭ ਬ੍ਰਹਮ, ਸੰਤ ਜਨਾਂ ਕਾ ਹਿਰਦੈ ਸਭ ਧਰਮ। ਸੰਤ ਜਨਾਂ ਸੁਣੋ ਸੋ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਈ ਸੋਈ ਸੁਖ ਮਾਨੈ, ਕਰਨ ਕਰਾਵਣ ਹਰ ਪ੍ਰਭ ਜਾਨੈ। ਅੰਤਰ ਵਸੈ ਬਾਹਰ ਪੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਫਿਰ ਇਹ ਅਵਸਥਾ ਹੈ ਸੰਤ ਦੀ। ਐਸੇ ਸੰਤਾਂ ਦੇ ਨਾਲ ਫਿਰ ਗੱਲਾਂ ਕਰਕੇ ਉਸ ਪ੍ਰਭੂ ਦੀ ਸਿਫਤ ਸਲਾਹ, ਉਸ ਦੀ ਵਡਿਆਈ ਉਹਦੇ ਸੰਤਾਂ ਦੁਆਰਾ ਹੁੰਦੀ ਹੈ, ਤੇ ਦੂਜੇ ਸੁਣਦੇ ਨੇ, ਉਸ ਦੀ ਵਡਿਆਈ ਕਰਦੇ ਨੇ। ਚਾਹੇ ਕੋਈ ਵਡਿਆਈ ਕਰਦਾ ਹੈ, ਚਾਹੇ ਕੋਈ ਸੁਣਦਾ ਹੈ, ਕਿਉਂਕਿ ਸਾਰੇ ਇੱਕੋ ਹੁੰਦੇ ਨੇ, ਸਾਰੇ ਉਸ ਪ੍ਰਭੂ ਦੇ ਪਿਆਰੇ ਨੇ। ਚਾਹੇ ਉਸ ਦੀ ਕੋਈ ਗੱਲ ਕਰਦਾ ਹੈ, ਦੂਜਾ ਸੁਣਦਾ ਹੈ। ਆਓ ਅਗਲਾ ਸ਼ਬਦ ਹੈ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ। ਮਿਲੋ ਪਿਆਰੇ ਜੀਆ, ਪ੍ਰਭ ਕੀਆ ਤੁਮਾਰਾ ਥੀਆ। ਰਹੋ। ਹੁਣ ਮਨ ਨੂੰ ਸੰਬੋਧਨ ਕਰਦੇ ਜੀਵ ਦੂਜੇ ਨੂੰ ਵੀ ਕਿ ਹੇ ਮੇਰੇ ਪਿਆਰੇ ਮਨ। ਜੀਆ ਇੱਥੇ ਕਿਸ ਨੂੰ ਕਿਹਾ? ਮਨ ਨੂੰ। ਵੀ ਉਸ ਪ੍ਰਭੂ ਨੂੰ, ਪਿਆਰੇ ਨੂੰ ਮਿਲੋ। ਹੇ ਮਨ, ਉਸ ਪਿਆਰੇ ਪ੍ਰਭੂ ਨੂੰ ਮਿਲੋ। ਪ੍ਰਭ ਕੀਆ ਤੁਮਾਰਾ ਥੀਆ। ਉਹ ਪ੍ਰਭੂ ਜੀ ਨੇ ਤੈਨੂੰ ਪੈਦਾ ਕੀਤਾ ਹੈ, ਜਿਸ ਨੇ ਤੈਨੂੰ ਇਹ ਮਨੁੱਖਾ ਜੀਵਨ ਦਿੱਤਾ ਹੈ, ਤੇ ਜਿਹੜਾ ਫਿਰ ਤੇਰਾ ਕਾਰਜ ਵੀ ਸਵਾਰਦਾ ਹੈ। ਜਿਹਨੇ ਤੇਰੀ ਬਣਤ ਬਣਾਈ ਹੈ, ਜਿਨ ਤੇਰੀ ਮਨ ਬਣਤ ਬਣਾਈ। ਊਠਤ ਬੈਠਤ ਸਦ ਤਿਸੈ ਤੇ ਆਈ, ਤਿਸੈ ਤੇ ਆਏ ਜੋ ਏਕ ਅਲਖ ਹੈ। ਇਹਾਂ ਊਹਾਂ ਨਾਨਕ ਤੇਰੀ ਰਖੈ। ਵੀ ਆਪਾਂ ਉਸ ਨੂੰ ਜੁੜਨਾ ਹੈ
ਜਿਹਨੇ ਸਾਡੀ ਬਣਤ ਬਣਾਈ ਹੈ, ਜਿਸ ਨੇ ਸਾਨੂੰ ਇਹ ਸਰੀਰ ਦਿੱਤਾ ਹੈ, ਮਨੁੱਖਾ ਜਨਮ ਦਿੱਤਾ ਹੈ, ਅਤੇ ਜਿਹੜਾ ਇੱਥੇ ਵੀ ਸਾਡੀ ਰੱਖਦਾ ਹੈ, ਰਖਵਾਲੀ ਕਰਦਾ, ਅਤੇ ਅੱਗੇ ਵੀ ਸਾਡੀ ਰਖਵਾਲੀ ਕਰਦਾ ਹੈ। ਐਸੇ ਪ੍ਰਭੂ ਨੂੰ ਆਪਾਂ ਧਿਆਉਣਾ ਹੈ, ਉਸ ਨੂੰ ਮਿਲਣਾ ਹੈ, ਉਸ ਪਿਆਰੇ ਨੂੰ ਆਪਣਾ ਮਿਲਣ ਦਾ ਇਹ ਬਾਰੀ ਹੈ। ਇਹ ਰਹੋ ਪੰਕਤੀਆਂ ਸੀ ਸ਼ਬਦ ਦੀਆਂ। ਅਨੇਕ ਜਨਮ ਬਹੁ ਜੋਨੀ ਭਰਮਿਆ, ਬਹੁਰ ਬਹੁਰ ਦੁੱਖ ਪਾਇਆ। ਤੇ ਸਮਝਾਉਂਦੇ ਨੇ ਕਿ ਮਨ ਨੂੰ, ਆਪਣੇ ਮਨ ਨੂੰ ਸੰਬੋਧਨ ਕਰਦਾ ਹੈ ਜੀਵ, ਕਿ ਪਹਿਲਾਂ ਬਹੁਤ ਜਨਮ ਲਏ, ਪ੍ਰਾਪਤ ਹੋਏ, ਪਰ ਜੂਨਾਂ ਦੇ ਵਿੱਚ ਭਰਮਿਆ ਬੜਾ ਦੁੱਖ ਪ੍ਰਾਪਤ ਹੋਇਆ ਹੈ, ਬੜਾ ਦੁੱਖ ਪਾਇਆ ਹੈ, ਕਿਉਂਕਿ ਜੂਨਾਂ ਦੇ ਵਿੱਚ, ਜਨਮ ਮਰਨ ਦੇ ਵਿੱਚ ਦੁੱਖ ਹੀ ਦੁੱਖ ਹੈ, ਕੋਈ ਵੀ ਸੁੱਖ ਹੀ ਨਹੀਂ। ਅੱਜ ਮਨੁੱਖਾ ਜਨਮ ਦੇ ਵਿੱਚ ਵੀ ਜੀਵ ਦੁਖੀ ਹੈ, ਜੋ ਸਭ ਤੋਂ ਸ੍ਰੇਸ਼ਟ ਹੈ, ਜਿਹੜੇ ਕਿ ਸਾਡੇ ਆਪਣੇ ਸਹਿੜੇ ਹੋਏ ਦੁੱਖ ਨੇ। ਚਾਹੇ ਦੋਸ਼ ਅਸੀਂ ਮਾਲਕ ਨੂੰ ਦਿੰਦੇ ਹਾਂ, ਪ੍ਰਭੂ ਨੂੰ ਦਿੰਦੇ ਹਾਂ, ਪਰ ਦੁੱਖ ਸਾਡੇ ਆਪਣੇ ਸਹਿੜੇ ਹੋਏ ਨੇ ਮਨੁੱਖਾ ਜਨਮ ਦੇ ਵਿੱਚ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਜਿਹੜਾ ਅਸੀਂ ਬਹੁਤ ਜਨਮਾਂ ਦੇ ਵਿੱਚ ਦੁੱਖ ਪ੍ਰਾਪਤ ਕੀਤਾ, ਬਹੁਤ ਜੂਨਾ ਭਰਮੇ ਹੈ ਜੀ, ਸਾਰਿਆਂ ਨੂੰ ਪਤਾ ਹੈ, ਕਿਉਂਕਿ ਅੱਜ ਵੀ ਆਪਾਂ ਇਸੇ ਕਰਕੇ ਮਨੁੱਖਾ ਜਨਮ ਦੇ ਵਿੱਚ ਹਾਂ ਕਿ ਅਸੀਂ ਮੁਕਤ ਨਹੀਂ ਹੋ ਸਕੇ। ਜੇ ਮੁਕਤ ਹੋਏ ਹੁੰਦੇ ਫਿਰ ਆਪਾਂ ਅੱਜ ਇਸ ਸਰੀਰ ਦੇ ਵਿੱਚ ਨਾ ਹੁੰਦੇ, ਆਪਾਂ ਮਨੁੱਖਾ ਜਨਮ ਦੇ ਵਿੱਚ ਨਾ ਹੁੰਦੇ। ਅਨੇਕ ਜਨਮ ਬਹੁ ਜੋਨੀ ਭਰਮਿਆ, ਬਹੁਰ ਬਹੁਰ ਦੁੱਖ ਪਾਇਆ, ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਦੇਹੋ ਦਰਸ਼ ਹਰ ਰਾਇਆ। ਵੀ ਤੇਰੀ ਕਿਰਪਾ ਹੋਈ, ਇੰਨੀਆਂ ਜੂਨਾਂ ਜਨਮਾਂ ਦੇ ਵਿੱਚ ਭਰਮ ਦੇ ਹੁਣ ਮਨੁੱਖਾ ਦੇ ਹੀ ਸਾਨੂੰ ਪ੍ਰਾਪਤ ਹੋਈ ਹੈ, ਤੇਰੀ ਕਿਰਪਾ ਦੇ ਨਾਲ। ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਦੇਹੋ ਦਰਸ਼ ਹਰ ਰਾਇਆ। ਵੀ ਹੁਣ ਕਿਰਪਾ ਕਰੋ, ਹੁਣ ਸਾਨੂੰ ਦਰਸ਼ਨ ਦਿਓ, ਕਿਉਂਕਿ ਦਰਸ਼ਨ ਦੇ ਨਾਲ ਹੀ ਮੁਕਤੀ ਹੋਣੀ ਹੈ, ਦਰਸ਼ਨ ਦੇ ਨਾਲ ਮੁਕਤੀ ਹੋਣੀ ਹੈ। ਜੇ ਦਰਸ਼ਨ ਨਾ ਹੋਏ, ਚਾਹੇ ਆਪਾਂ ਕਿੰਨਾ ਕੁਛ ਹੋ ਜਾਈਏ, ਕਿੰਨਾ ਜਨਮ, ਸਾਡੇ 4 ਯੁੱਗ ਤਾਂ ਹੋ ਗਏ ਆਪਣੀ ਆਰਜਾ, 40 ਯੁੱਗਾਂ ਤੱਕ ਵੀ ਚਲੇ ਜਾਈਏ, ਤੇ ਸੰਸਾਰ ਸਾਨੂੰ ਸਾਰਾ ਜਾਣਦਾ ਹੋਵੇ, 9 ਖੰਡ ਪ੍ਰਿਥਵੀ 'ਚ ਸਾਨੂੰ ਜਾਣ ਪਛਾਣ ਹੋਵੇ, ਤੇ ਸਾਡੇ ਪਿੱਛੇ ਚੱਲੇ ਵੀ, ਪਰ ਜੇ ਸਾਨੂੰ ਨਜ਼ਰ ਨਾ ਆਇਆ ਤਾਂ ਸਾਡੀ ਕਿਸੇ ਨੇ ਬਾਤ ਨਹੀਂ ਪੁੱਛਣੀ। ਆਪਾਂ ਰੋਜ਼ ਪੜ੍ਹਦੇ ਹਾਂ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵੇ ਜਾਣੀਐ, ਨਾਲ ਚੱਲੇ ਸਭ ਕੋਏ, ਚੰਗਾ ਨੌ ਰਖਾਏ ਕੈ ਜਸ ਕੀਰਤ ਜਗ ਲੈ। ਚੰਗਾ ਨਾ ਹੋਵੇ ਸੰਸਾਰ 'ਚ, ਜਸ ਕੀਰਤ ਬੜੀ ਹੁੰਦੀ ਹੋਵੇ, ਸਾਡਾ ਬੜਾ ਜਸ ਹੁੰਦਾ ਹੋਵੇ, ਜੇ ਕਿਸੇ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ। ਜੇ ਦਰਸ਼ਨ ਨਾ ਹੋਏ, ਨਜ਼ਰ ਨਾ ਆਇਆ ਪ੍ਰਭੂ, ਤਾਂ ਸਾਡੀ ਕਿਸੇ ਬਾਤ ਨਹੀਂ ਪੁੱਛਣੀ। ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ। ਫਿਰ ਕੀੜਿਆਂ ਦੇ ਅੰਦਰ ਫਿਰ ਕੀੜਾ ਪੈਦਾ ਕਰ ਦੇਣਾ ਹੈ, ਕਿਉਂਕਿ ਦੋਸ਼ ਕੀ ਲੱਗਣਾ ਕਿ ਤੂੰ ਦਰਸ਼ਨ ਨਹੀਂ ਕੀਤੇ ਪ੍ਰਭੂ ਦੇ। ਤੂੰ ਜਿਸ ਨੂੰ, ਜੋ ਤੇਰੇ ਸਾਹਮਣੇ ਰਿਹਾ, ਉਸੇ ਦੇ ਨਾਲ ਪਿਆਰ ਨਹੀਂ ਪਾਇਆ, ਉਸੇ ਨੂੰ ਤੈਨੂੰ ਦੇਖਣ ਦਾ ਸਮਾਂ ਨਹੀਂ ਮਿਲਿਆ। ਤੂੰ ਤਾਂ ਸੰਸਾਰ ਨੂੰ ਹੀ ਦੇਖਦਾ ਰਹਿ ਗਿਆ, ਰੰਗ ਤਮਾਸ਼ੇ ਦੇਖਦਾ ਰਹਿ ਗਿਆ। ਜਿਸ ਪ੍ਰਭੂ ਨੇ ਸਾਨੂੰ ਇਹ ਮਨੁੱਖਾ ਜਨਮ ਦਿੱਤਾ, ਜੋ ਸਾਨੂੰ ਦਿਨ ਰਾਤ ਪਾਲ ਰਿਹਾ ਹੈ, ਜਿਸ ਨੇ ਸਾਨੂੰ ਰਹਿਣ ਨੂੰ ਮਕਾਨ ਦਿੱਤਾ ਹੈ, ਸਾਰਾ ਕੁਛ ਦਿੱਤਾ ਹੈ, ਜਿਸ ਨੇ ਹੱਥ ਪੈਰ ਦਿੱਤੇ, ਸਭ ਕੁਛ ਜੋ ਦਿੱਤਾ ਹੈ, ਕਿਸ ਦਾ ਹੈ? ਉਸ ਪ੍ਰਭੂ ਦਾ। ਤੂੰ ਉਸੇ ਦੇ ਦਰਸ਼ਨ ਨਹੀਂ ਕੀਤੇ, ਉਸੇ ਦੇ ਦਰਸ਼ਨਾਂ ਵਾਸਤੇ ਸਮਾਂ ਨਹੀਂ ਕੱਢਿਆ, ਉਸ ਦੇ ਦਰਸ਼ਨਾਂ ਦੀ ਲੋਚਨ ਨਹੀਂ ਕੀਤੀ, ਫਿਰ ਉਸ ਦੀ ਸਜ਼ਾ ਵੀ ਮਿਲਦੀ ਹੈ। ਸੋ ਇਸ ਕਰਕੇ ਇੱਥੇ ਹੀ ਸਮਝਾਉਂਦੇ ਨੇ ਵੀ ਹੁਣ ਸਾਨੂੰ ਦਰਸ਼ਨ ਦਿਓ, ਦੇਹੋ ਦਰਸ਼ ਹਰ ਰਾਇਆ। ਸੋਈ ਹੋਆ ਜੋ ਤਿਸ ਭਾਣਾ, ਆਵਰਨ ਕਿਨ ਹੀ ਕੀਤਾ। ਜੋ ਪ੍ਰਭੂ ਨੂੰ ਪਾਉਂਦਾ ਹੈ ਉਹੀ ਹੋਣਾ ਹੈ, ਕਿਉਂਕਿ ਦੂਜਾ ਤਾਂ ਕਰ ਨਹੀਂ ਸਕਦਾ। ਜੋ ਪ੍ਰਭੂ ਨੂੰ ਪਾਉਂਦਾ ਉਹ ਹੁੰਦਾ ਹੈ। ਜੇ ਆਪਾਂ ਉਸ ਤੋਂ ਮੰਗਾਂਗੇ
ਕਿਉਂਕਿ ਗੁਰਬਾਣੀ ਦੇ ਵਿੱਚ ਸਾਨੂੰ ਸਮਝਾ ਦਿੱਤਾ ਹੈ ਕਿ ਪਰਮੇਸ਼ਰ ਹੈ ਸਾਡੀਆਂ ਇੱਛਾ ਪੂਰੀਆਂ ਕਰਦਾ ਹੈ, ਪਰ ਹੁਣ ਸਾਡੀ ਇੱਛਾ 'ਤੇ ਨਿਰਭਰ ਕਰਦਾ ਕਿ ਅਸੀਂ ਮੰਗਦੇ ਕੀ ਹਾਂ, ਕਿਉਂਕਿ ਉਸ ਦੇ ਵੱਸ ਦੇ ਵਿੱਚ ਕਾਮਧੇਨ ਹੈ। कामधेन एक ਗਾਂ ਹੈ, ਗਾਂ ਕੀ ਨਾਮ ਹੈ, ਜਿਸਨੂੰ ਗਾਂ ਕਿਹਾ ਪਹਿਲਾਂ ਵੇਦਾਂ ਦੇ ਵਿੱਚ, ਤੇ ਗੁਰੂ ਸਾਹਿਬ ਨੇ ਕਿਹਾ ਵੀ ਉਹ ਗਾਂ ਨਹੀਂ, ਉਹ ਨਾਮ ਹੈ ਪ੍ਰਭੂ ਦਾ। ਜਿਹੜੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ ਉਹਨਾਂ ਨੂੰ ਕਾਮਧੇਨ ਗਾਂ ਕਿਹਾ ਹੈ। ਪਾਰਜਾਤ ਰੁੱਖ ਨਾਮ ਹੈ ਹਰੀ ਦਾ, ਤੇ ਕਾਮਧੇਨ ਜਿਹੜਾ ਉਸ ਪ੍ਰਭੂ ਦੇ ਗੁਣ ਗਾਉਂਦੇ ਹਾਂ। ਮਰ ਸਮਝਾਉਂਦੇ ਨੇ ਪਾਰ ਜਾਤੇ ਹਰ ਕੋ ਨਾਮ ਕਾਮਧੇਨ, ਹਰ ਹਰ ਗੁਣ ਗਮ। ਇਸ ਕਰਕੇ ਉਸ ਪ੍ਰਭੂ 'ਤੇ ਹੀ ਹੁੰਦਾ ਸਾਰਾ ਕੁਛ ਜੋ ਉਹਨੂੰ ਪਾਉਂਦਾ ਹੈ, ਪਰ ਜੇ ਸਾਡੀ ਇੱਛਾ ਹੈ ਫਿਰ ਉਹ ਸਾਡੀ ਇੱਛਾ ਨੂੰ ਪੂਰੀ ਕਰਦਾ ਹੈ। ਤੇ ਮਹਾਰਾਜ ਸਮਝਾਉਂਦੇ ਨੇ ਵੀ ਐਸੇ ਜਨ ਜਿਨ੍ਹਾਂ ਨੂੰ ਉਸ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਹੈ, ਅਸੀਂ ਉਹਨਾਂ ਤੋਂ ਬਲਿਹਾਰੇ ਜਾਂਦੇ ਹਾਂ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਵੀ ਜਿਨ੍ਹਾਂ ਨੂੰ ਦਰਸ਼ਨਾਂ ਦੀ ਪਿਆਸ ਹੈ ਉਹਨਾਂ ਤੋਂ ਅਸੀਂ ਬਲਿਹਾਰੇ ਜਾਂਦੇ ਹਾਂ। ਇਸ ਕਰਕੇ ਇੱਛਾ ਸਾਡੀ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮਧੇਨ। ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਐਸੇ ਪ੍ਰਭੂ ਨੂੰ ਧਿਆਉਣਾ ਹੈ। ਤੁਮਰੇ ਭਾਣੇ ਭਰਮ ਮੋਹ ਮੋਹਿਆ, ਜਾਗਤ ਨਾਹੀਂ ਸੁੱਤਾ। ਵੀ ਜੇ ਸੰਸਾਰ ਸਾਡੇ ਮਨ ਉਸ ਮਾਇਆ ਦੇ ਵਿੱਚ, ਮੋਹ ਭਰਮ ਦੇ ਵਿੱਚ ਸੁੱਤੇ ਪਏ ਨੇ, ਉਹ ਵੀ ਤੇਰੇ ਭਾਣੇ ਕਰਕੇ ਹੈ। ਕਿਉਂਕਿ ਪ੍ਰਭੂ ਨੇ ਬਣਤ ਹੀ ਇੱਕ ਐਸੀ ਬਣਾਈ ਹੈ ਸੰਸਾਰ ਦੀ ਪਰਖਣ ਦੇ ਵਾਸਤੇ, ਕਿਉਂਕਿ ਇੱਕ ਖੇਲ ਹੈ। ਇਸ ਨੂੰ ਇੱਕ ਖੇਲ ਕਿਹਾ ਹੈ। ਖੇਲ ਦੇ ਵਿੱਚ ਕੀ ਹੈ ਕਿ ਇੱਕ ਵਾਰੀ ਸਾਡੀ ਸਾਰਿਆਂ ਦੀ ਲਿਵ ਤੋੜ ਦਿੰਦਾ ਹੈ, ਸਾਨੂੰ ਪੁਹਾਲੀ ਦੇ ਕੇ ਛੱਡ ਦਿੰਦਾ ਹੈ, ਤੇ ਫਿਰ ਕਹਿੰਦਾ ਹੈ ਮੈਨੂੰ ਲੱਭੋ। ਆਪ ਗੁਪਤ ਹੋ ਜਾਂਦਾ ਹੈ ਤੇ ਸਾਨੂੰ ਲੱਭਿਆ ਨਹੀਂ। ਅਸੀਂ ਬਾਰ-ਬਾਰ ਜਨਮਦੇ ਮਰਦੇ ਹਾਂ, ਪਰ ਪ੍ਰਭੂ ਐਸਾ ਗੁਪਤ ਹੋਇਆ ਕਿ ਲੱਭਿਆ ਨਹੀਂ। ਇਹਨੂੰ ਮਹਾਰਾਜ ਸਮਝਾਉਂਦੇ ਨੇ ਦੀਪ ਪੁਹਾਲੀ ਪੁਰਖ ਵਿਧਾਤੇ, ਬਹੁਰ ਬਹੁਰ ਜਨਮਾਦੇ। ਬਹੁਤ ਬਾਰ-ਬਾਰ ਜੰਮਦੇ ਮਰਦੇ ਰਹੇ, ਪਰ ਐਸੀ ਪੁਹਾਲੀ ਦੇ ਕੇ ਛੱਡਿਆ ਹੈ ਕਿ ਲੱਭਿਆ ਨਹੀਂ ਹੈ। ਪਰ ਜਿਹੜਾ 4 ਯੁੱਗਾਂ ਤੋਂ ਆ ਕਲਯੁੱਗ ਹੈ, ਕਲਯੁੱਗ ਹੈ, ਇਸ ਕਰਕੇ ਫਿਰ ਮਹਾਰਾਜ ਨੇ ਕਿਹਾ ਵੀ ਨਹੀਂ, ਜੀਵਾਂ ਦੇ ਵਸ ਨਹੀਂ ਹੈ। ਫਿਰ ਆਪਣੇ ਜਨਾਂ ਨੂੰ ਭੇਜ ਕੇ ਫਿਰ ਗਿਆਨ ਕਰਵਾਉਂਦਾ ਹੈ, ਫਿਰ ਆਪਣਾ ਸੋਝੀ ਦਿੰਦਾ ਹੈ ਵੀ ਆਓ ਤੁਸੀਂ ਨਹੀਂ ਮੈਨੂੰ ਲੱਭ ਸਕਦੇ, ਆਓ ਮੈਂ ਤੁਹਾਨੂੰ ਦੱਸਦਾ ਹਾਂ, ਆਓ ਮੇਰੀ ਪਹਿਚਾਣ ਕਰੋ। ਤੁਸੀਂ ਆਪਣੇ ਆਪ ਦੀ ਵੀ ਪਹਿਚਾਣ ਕਰੋ। ਕਿਉਂਕਿ ਭੁੱਲੇ ਕਿਉਂ ਪਰਮੇਸ਼ਰ ਨੂੰ? ਅਸੀਂ ਆਪਣੇ ਆਪ ਨੂੰ ਭੁੱਲ ਗਏ ਵੀ ਅਸੀਂ ਕੌਣ ਹਾਂ, ਤੇ ਉਹ ਤਾਂ ਹਰ ਥਾਂ ਹੈ, ਇਸ ਕਰਕੇ ਅਸੀਂ ਭੁੱਲ ਗਏ ਹਾਂ। ਤੇ ਹੁਣ ਮਹਾਰਾਜ ਸਮਝਾਉਂਦੇ ਨੇ ਵੀ ਭਾਈ ਆਪਣੇ ਆਪ ਨੂੰ ਪਹਿਚਾਣੋ ਤੇ ਪ੍ਰਭੂ ਤੁਹਾਡੇ ਨਾਲ ਹੀ ਵਸਦਾ ਹੈ। ਗੁਰ ਦੀ ਮਤ ਲਓ ਤੇ ਰੰਗ ਨੂੰ ਮਾਣੋ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਇਸ ਕਰਕੇ ਉਸੇ ਦੇ ਸੁਲਾਇਆ ਹੈ। ਕਿਵੇਂ ਸੁਲਾਇਆ ਹੈ? ਮਹਾਰਾਜ ਸਮਝਾਉਂਦੇ ਨੇ ਅਗਿਆਨ ਲਾਏ ਸਵਾਲਿਆ। ਕਹਿੰਦੇ ਸਵਾਲਿਆ ਕਿਵੇਂ ਸਾਨੂੰ ਇਸ ਮਾਇਆ ਦੇ ਵਿੱਚ, ਅਗਿਆਨਤਾ ਦੇ ਵਿੱਚ। ਜਗਾਉਂਦਾ ਕਿਵੇਂ ਹੈ? ਗੁਰ ਗਿਆਨ ਲਗਾਏ ਜਗਾਏ। ਵੀ ਫਿਰ ਗੁਰ ਦਾ ਗਿਆਨ ਦੇ ਕੇ ਫਿਰ ਜਗਾਉਂਦਾ ਹੈ। ਇਸ ਕਰਕੇ ਜਦ ਤੱਕ ਸਾਨੂੰ ਜਗਾਉਂਦਾ ਨਹੀਂ ਆਪਾਂ ਜਾਗ ਨਹੀਂ ਸਕਦੇ, ਸੁੱਤੇ ਪੈ ਰਹਿੰਦੇ। ਸਾਰਾ ਸੰਸਾਰ ਸੁੱਤਾ ਹੈ, ਤੇਹੀਂ ਗੁਣੀ ਸੰਸਾਰ ਭਰਮ ਸੁੱਤਾ। ਸੁੱਤਿਆ ਰਹਿਣ ਬਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਵੀ ਜਿਨ੍ਹਾਂ ਦੇ ਮਨ ਵਿੱਚ ਹਰੀ ਵਸਿਆ ਹੈ ਉਹ ਫਿਰ ਸਾਨੂੰ ਗੁਰ ਦਾ ਗਿਆਨ ਦਿੰਦੇ ਨੇ। ਉਹ ਅੰਮ੍ਰਿਤ ਬਾਣੀ ਕੀ ਹੈ? ਗੁਰ ਸ਼ਬਦ। ਵੀ ਉਹ ਬੋਲ ਕੇ ਗੁਰ ਦਾ ਗਿਆਨ ਦਿੰਦੇ ਨੇ। ਉਸ ਗੁਰ ਨੂੰ ਕਮਾਉਣ ਦੇ ਨਾਲ ਸਾਡਾ ਮਨ
ਜਾਗਦਾ ਹੈ, ਨਹੀਂ ਤਾਂ ਸਾਰਾ ਸੰਸਾਰ ਸੁੱਤਾ ਹੈ। ਬਿਨੋ ਸੁਣੋ ਤੁਮ ਪ੍ਰਾਣਪਤ ਪਿਆਰੇ, ਕਿਰਪਾ ਨਿਧ ਦਿਆਲਾ। ਵੀ ਹੁਣ ਸਾਡੀ ਬੇਨਤੀ ਸੁਣੋ, ਹੇ ਪ੍ਰਾਣਪਤ ਪਿਆਰੇ, ਇਹ ਸਾਨੂੰ ਪ੍ਰਾਣਾਂ ਤੋਂ ਵੀ ਪਿਆਰੇ ਪ੍ਰਭੂ, ਕਿਉਂਕਿ ਪ੍ਰਾਣ ਮਾਲਕ ਦਿੰਦਾ ਹੈ, ਇਸ ਕਰਕੇ ਮਾਲਕ ਪ੍ਰਾਣ ਦੇਣ ਵਾਲਾ ਉਸ ਤੋਂ ਪ੍ਰਾਣਾਂ ਤੋਂ ਵੀ ਸਾਨੂੰ ਪਿਆਰਾ ਹੈ। ਕਿਉਂਕਿ ਜੇ ਪ੍ਰਾਣ ਨਹੀਂ ਦੇਗਾ ਤਾਂ ਪ੍ਰਾਣ ਸਾਨੂੰ ਕਿੱਥੋਂ ਆਉਣਗੇ। ਪ੍ਰਾਣਾਂ ਨਾਲ ਤਾਂ ਪਿਆਰ ਹੈ ਜੇ ਪ੍ਰਾਣ ਦੇਣ ਵਾਲਾ ਸਾਨੂੰ ਪ੍ਰਾਣ ਦੇ ਰਿਹਾ ਹੈ, ਇਸ ਕਰਕੇ ਉਹ ਸਾਡੇ ਪ੍ਰਾਣਾਂ ਤੋਂ ਵੀ ਪਿਆਰਾ ਹੈ। ਕਿਰਪਾ ਨਿਧ ਦਿਆਲਾ, ਤੇ ਕਿਰਪਾਲੂ ਹੈ, ਦਿਆਲੂ ਹੈ, ਜਿਸ ਦੇ ਕੋਲ ਨਾਮ ਦਾ ਖਜ਼ਾਨਾ ਹੈ। ਰਾਖ ਲਿਓ ਪਿਤਾ ਪ੍ਰਭ ਮੇਰੇ, ਅਨਾਥ ਹੈ ਕਰ ਪ੍ਰਤਪਾਲਾ। ਹੇ ਮੇਰੇ ਪ੍ਰਭੂ, ਹੇ ਮੇਰੇ ਪਿਤਾ, ਮੈਨੂੰ ਰੱਖ ਲਿਓ, ਮੈਂ ਅਨਾਥ ਹਾਂ, ਕਿਰਪਾ ਕਰਕੇ ਮੈਨੂੰ ਰੱਖ ਲਿਓ, ਮੈਨੂੰ ਆਪਣਾ ਬਣਾ ਲਿਓ। ਕਿਉਂਕਿ ਅਨਾਥ ਕੀ ਹੈ? ਜਿਸ ਦਾ ਕੋਈ ਨਹੀਂ ਹੁੰਦਾ ਉਸ ਨੂੰ ਅਨਾਥ ਕਹਿੰਦੇ ਹਨ। ਇੱਥੇ ਮਨ ਕਰਕੇ ਆਪਾਂ ਸਾਰੇ ਅਨਾਥ ਹਾਂ, ਕਿਉਂਕਿ ਸਾਡਾ ਨਾਥ ਇੱਕ ਪਰਮੇਸ਼ਰ ਹੈ। ਆਪ ਨਾਥ ਨਾਥੀ ਸਭ ਜਾ ਕੀ। ਆਪਾਂ ਉਹਦੇ ਸਾਰੇ ਬੱਚੇ ਹਾਂ, ਉਹ ਸਾਡਾ ਪਿਤਾ ਹੈ, ਇਸ ਕਰਕੇ ਉਸ ਤੋਂ ਬਿਨਾਂ ਆਪਾਂ ਅਨਾਥ ਹਾਂ। ਜਦੋਂ ਆਪਾਂ ਸੋਝੀ ਆਉਂਦੀ ਕਿ ਅਸੀਂ ਤਾਂ ਅਨਾਥ ਹਾਂ, ਇੰਨੇ ਜਨਮਾਂ ਤੋਂ ਭਰਮਦੇ ਆਏ ਹਾਂ ਜੂਨਾਂ ਦੇ ਵਿੱਚ, ਹੁਣ ਮਨੁੱਖਾਂ ਦੇ ਹੀ ਮਿਲੀ ਹੈ, ਉਹ ਵੀ ਯੁੱਗ ਬੀਤ ਜਾਂਦੇ ਨੇ। ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇ ਲਹੀ, ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਚਿਰੰਕਾਲ ਪਾਈ ਦੁਰਲਭ ਦੇ, ਨਾਮ ਵਿਹੂਣੀ ਹੋਈ ਖੇ, ਪਸ਼ੂ ਪ੍ਰੇਤ ਮੁਗਤ ਤੇ ਬੁਰੀ, ਤਿਸੇ ਨਾ ਬੁਝੈ ਜਿਨ ਇਹ ਸ੍ਰੀ। ਚਿਰੰਕਾਲ ਬਹੁਤ ਦੇਰ ਬਾਅਦ ਇਹ ਮਨੁੱਖਾ ਦੇਹ ਸਾਨੂੰ ਮਿਲੀ ਹੈ। ਜੇ ਇਹ ਆਪਾਂ ਨਾਮ ਨਾ ਧਿਆਇਆ, ਜੇ ਆਪਾਂ ਉਸ ਨੂੰ ਬੁਝਿਆ ਨਹੀਂ, ਜਿਹਨੇ ਸਾਨੂੰ ਸਿਰਜਿਆ ਹੈ, ਸਾਨੂੰ ਦੇਹ ਦਿੱਤੀ ਹੈ, ਫਿਰ ਇਹ ਦੇਹੀ ਆਪਣੀ ਪਸ਼ੂ ਪ੍ਰੇਤਾਂ ਤੋਂ ਵੀ ਭੈੜੀ ਹੈ। ਸੋ ਇਸ ਕਰਕੇ ਉਸ ਪ੍ਰਭੂ ਨੂੰ ਆਪਾਂ ਜਾਣਨਾ ਹੈ, ਉਸ ਦੇ ਅੱਗੇ ਇਹ ਬੇਨਤੀ ਕਰਨੀ, ਇੱਛਾ ਕਰਨੀ ਹੈ ਕਿ ਸਾਨੂੰ ਦਰਸ਼ਨ ਦਿਓ। ਜਿਹੜੇ ਦਰਸ਼ਨ ਕਰਦੇ ਨੇ ਉਹਨਾਂ ਵੀ ਬਸ ਇਹ ਮੰਗਣਾ ਹੈ ਕਿ ਹੇ ਪ੍ਰਭੂ ਕਿਤੇ ਸਾਨੂੰ ਵਿਛੋੜ ਨਾ ਦੇਈ। ਵੈਸੇ ਤਾਂ ਉਸ ਦਾ ਬਚਨ ਹੈ, ਜਿਹਨੂੰ ਆਪਣੇ ਇੱਕ ਵਾਰੀ ਬਣਾ ਲੈਂਦਾ ਹੈ ਤੇ ਉਸ ਨੂੰ ਫਿਰ ਵਿਛੋੜਦਾ ਨਹੀਂ ਹੈ। ਪਰ ਜੇ ਅਸੀਂ ਉਸ ਨੂੰ ਛੱਡ ਦਈਏ, ਅਸੀਂ ਆਕੀ ਹੋ ਜਾਈਏ, ਫਿਰ ਆਪਾਂ ਉਸ ਨੂੰ ਦੋਸ਼ ਨਹੀਂ ਦੇ ਸਕਦੇ। ਇਸ ਕਰਕੇ ਜਿਵੇਂ ਬਾਬਾ ਰਵਿਦਾਸ ਜੀ ਬੇਨਤੀ ਕਰਦੇ ਨੇ ਕਿ ਮਾਧਵੇ ਤੁਮ ਨਾ ਤੋਰੋ ਹਮ ਨਹੀਂ ਤੋਰੈ, ਤੁਮ ਸਿਓ ਤੋਰ ਕਵਨ ਸੰਗ ਚੋਰੈ। ਵੀ ਤੂੰ ਨਾ ਤੋੜੀ, ਕਿਤੇ ਅਸੀਂ ਤਾਂ ਨਹੀਂ ਹੁਣ ਤੋੜਦੇ, ਕਿਉਂਕਿ ਤੇਤੋਂ ਤੋੜ ਕੇ ਅਸੀਂ ਜੋੜਾਂਗੇ ਕਿਸ ਦੇ ਨਾਲ, ਪਰ ਤੂੰ ਨਾ ਤੋੜੀ, ਕਿਉਂਕਿ ਤੇਰੇ ਨਾਲ ਐਸੀ ਪ੍ਰੀਤ ਪੈ ਗਈ ਹੁਣ ਕਿ ਸਾਰਿਆਂ ਨਾਲੋਂ ਤੋੜ ਕੇ ਅਸੀਂ ਤੇਰੇ ਨਾਲ ਜੋੜੀ ਹੈ। ਐਸੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸੰਗ ਜੋਰ ਅਵਰ ਸੰਗ ਤੋਰੀ। ਮਾਧਵੇ ਤੁਮ ਨਾ ਤੋੜੋ ਹਮ ਨਹੀਂ ਤੋਰੈ, ਤੁਮ ਸਿਓ ਤੋਰ ਕਵਨ ਸੰਗ ਜੋੜੈ। ਸੋ ਇਹ ਬੇਨਤੀ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਆਪਾਂ ਕਰਨੀ ਹੈ, ਤਾਂ ਕਿ ਇਹ ਆਪਣਾ ਜੀਵਨ ਹੈ, ਲੋਕ ਵੀ ਸੁਖੀ ਰਹੇ ਤੇ ਪਰਲੋਕ ਵੀ ਸੁਹੇਲੇ ਹੋਣ। ਸੋ ਆਓ ਹੁਣ ਆਪਾਂ ਅਭਿਆਸ ਕਰਨਾ ਹੈ, ਪ੍ਰੀਤ ਪਾਉਣੀ ਹੈ। ਪ੍ਰੀਤ ਪੈਂਦੀ ਕਿਵੇਂ ਹੈ? ਦੇਖ ਦੇਖ ਕੇ। ਉਹ ਅੱਖਾਂ ਜਿਹੜੀਆਂ ਸਾਨੂੰ ਉਸ ਮਾਲਕ ਤੋਂ ਮਿਲਦੀਆਂ ਨੇ, ਨਾਨਕ ਸੇ ਅੱਖੜੀਆਂ ਬਿਆਨ ਜਿਨ ਦਸੰਦੋ ਮਾਪੇਰੀ, ਉਹ ਅੱਖਾਂ ਫਿਰ ਸਾਨੂੰ ਦਿੰਦਾ ਹੈ, ਜਿਨ੍ਹਾਂ ਦੇ ਨਾਲ ਸਾਨੂੰ ਉਸ ਪ੍ਰਭੂ ਦੇ ਦਰਸ਼ਨ ਹੁੰਦੇ ਨੇ। ਪਰ ਦਿੰਦਾ ਕਿਹਨਾਂ ਨੂੰ? ਜਿਹੜੇ ਉਸ ਤੋਂ ਉਹ ਅੱਖਾਂ ਮੰਗਦੇ ਨੇ, ਵੀ ਸਾਨੂੰ ਵੀ ਉਹ ਅੱਖਾਂ ਦੇ ਜਿਨ੍ਹਾਂ ਦੇ ਨਾਲ ਤੇਰੇ ਦਰਸ਼ਨ ਹੁੰਦੇ ਨੇ। ਕਿਉਂਕਿ ਅੰਧਾ ਪ੍ਰਭੂ ਦੇ ਨਾਲ ਪਿਆਰ ਨਹੀਂ ਪਾ ਸਕਦਾ। ਮੇਰਾ ਸਮਝਾਉਂਦੇ ਜਦ ਤੱਕ ਦਿਖਦਾ ਨਹੀਂ ਪਿਆਰ ਨਹੀਂ ਪੈ ਸਕਦਾ। ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ, ਅੰਧਾ ਕਿਆ ਕਰੇ, ਨਾਨਕ ਜਿਨ ਅੱਖੀਂ ਲੀਤੀਆਂ ਸੋਈ ਸੱਚਾ ਦੇ। ਜਿਹੜੇ ਫਿਰ ਲੈਂਦੇ ਨੇ ਉਹਨਾਂ ਨੂੰ ਮਾਲਕ ਉਹ ਅੱਖਾਂ ਦਿੰਦਾ ਹੈ।
ਆਓ ਕਿਵੇਂ ਆਪਾਂ ਉਸ ਪ੍ਰਭੂ ਦੀ ਸ਼ਰਨ 'ਚ ਜਾਣਾ ਹੈ। ਪ੍ਰਾਨਪਤ ਦਾਤਾ ਹੈ। ਆਪਾਂ ਮਨ ਨੇਤਰਾਂ ਦੇ ਵਿੱਚ ਹੈ, ਉੱਚੇ ਥਾਂ ਹੈ, ਲੇਕਿਨ ਹੰਕਾਰੀ ਹੋ ਗਿਆ ਹੈ, ਮਹਿਲ ਨੂੰ ਭੁੱਲ ਗਿਆ ਹੈ। ਉੱਧਰ ਅੱਧਰ ਜਾਂਦਾ ਹੈ ਪਰ ਆਪਣੇ ਘਰ ਨਹੀਂ ਜਾਂਦਾ, ਕਿਉਂਕਿ ਮਹਿਲ ਭੁੱਲ ਚੁੱਕਿਆ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਮਨਮੁਖ ਅਹੰਕਾਰੀ ਮਹਿਲ ਨਾ ਜਾਣੈ, ਖਿਨ ਆਗੇ ਖਿਨ ਪਿੱਛੇ, ਸਦਾ ਬੁਲਾਈਏ ਮਹਿਲ ਨਾ ਆਵੈ, ਕਿਉਂ ਕਰ ਦਰਗਹਿ ਸਿਜੈ। ਆਓ ਹੁਣ ਆਪਾਂ ਨੇਤਰਾਂ ਨੂੰ ਦੋਨਾਂ ਨੂੰ ਇਸ ਪੁਆਇੰਟ 'ਤੇ ਸਮ ਕਰਨਾ ਹੈ। ਜੇ ਕੋਈ ਨਵਾਂ ਜੀਵ ਹੈ, ਉਸਨੇ ਇੱਥੇ ਸਮ ਕਰਕੇ ਦ੍ਰਿਸ਼ਟੀ ਨੂੰ ਫੋਕਸ ਕਰਕੇ ਆਪਣੇ ਆਪ ਨੂੰ ਦੇਖਣਾ ਹੈ। ਦੇਖਣਾ ਹੈ ਕਿ ਮੈਨੂੰ ਨੱਕ ਦਿਸਦਾ। ਜੇ ਨੱਕ ਦਿਸਦਾ ਹੈ ਫਿਰ ਮਨ ਦੋ ਦ੍ਰਿਸ਼ਟੀ ਦੇ ਵਿੱਚ ਹੈ। ਜੇ ਨਹੀਂ ਦਿਸਦਾ ਇੱਕ ਦ੍ਰਿਸ਼ਟ ਹੈ। ਫਿਰ ਜੇ ਦਿਸਦਾ ਹੈ ਕਿਸ ਪਾਸੇ ਤੋਂ ਦਿਸਦਾ ਹੈ, ਸੱਜੇ ਦਿਸਦਾ, ਖੱਬੇ ਜਾਂ ਵਿਚਾਲੇ, ਕਿਉਂਕਿ ਇੱਧਰ ਤਮੋ ਗੁਣ ਹੈ ਸੱਜੇ, ਇੱਧਰ ਰਜੋ ਗੁਣ ਤੇ ਵਿਚਾਲੇ ਸਤੋ ਗੁਣ ਹੈ। ਜੇ ਨਹੀਂ ਦਿਸਦਾ ਇੱਕ ਦ੍ਰਿਸ਼ਟ ਹੈ। ਇੰਨਾ ਪਹਿਲਾਂ ਦੇਖਣਾ ਹੈ। ਫਿਰ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ। ਦੇਖ ਲਓ, ਪਹਿਲਾਂ ਹੋ ਸਕਦਾ ਕੋਈ ਨਵਾਂ ਜੀਵ ਹੋਵੇ ਵਿੱਚ। ਪਹਿਲਾਂ ਇਸ ਪੁਆਇੰਟ 'ਤੇ ਦ੍ਰਿਸ਼ਟੀ ਫੋਕਸ ਕਰਾਂਗੇ। ਇੱਦਾਂ ਇੱਥੋਂ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ। ਫਿਰ ਆਪਾਂ ਸਾਹਮਣੇ ਦੇਖਣਾ ਹੈ। ਫਿਰ ਆਵਾਜ਼ ਦੇਵਾਂਗੇ ਧਿਆਨ ਨੂੰ ਮਸਤਕ ਦੇ ਸਾਹਮਣੇ ਲੈ ਕੇ ਜਾਓ। ਫਿਰ ਆਪਾਂ ਪਲਕਾਂ ਉੱਤੇ ਚੁੱਕਦੇ। ਫਿਰ ਸਾਹਮਣੇ ਜਦੋਂ ਕਵਾਂਗੇ ਫਿਰ ਸਾਹਮਣੇ ਲੈ ਕੇ ਆਉਣਾ ਹੈ। ਫਿਰ ਜਦੋਂ ਕਵਾਂਗੇ ਸਮ ਕਰੋ, ਫਿਰ ਸਮ ਕਰਕੇ ਆਪਣੇ ਆਪ ਨੂੰ ਦੇਖਣਾ ਹੈ। ਜੇ ਕੋਈ ਨਵਾਂ ਜੀਵ ਜੇ ਨੱਕ ਦਿਸਦਾ ਹੈ ਹੁਣ, ਫਿਰ ਜਦੋਂ ਆਪਾਂ ਧਿਆਨ ਤੋਂ ਬਾਅਦ ਆ ਕੇ ਦੁਬਾਰਾ ਇੱਥੇ ਫੋਕਸ ਕਰਾਂਗੇ, ਫਿਰ ਦੇਖਣਾ ਹੈ ਕਿ ਦਿਸ ਨੂੰ ਹਟਿਆ। ਜੇ ਦਿਸ ਨੂੰ ਹਟ ਗਿਆ ਫਿਰ ਇੱਕ ਦ੍ਰਿਸ਼ਟ ਹੋ ਗਿਆ। ਫਿਰ ਆਪਾਂ ਅੱਗੇ ਧਿਆਨ ਲਾਵਾਂਗੇ। ਜਿੱਥੇ ਜਿੱਥੇ ਕਵਾਂਗੇ ਨੀਚੇ, ਸਾਹਮਣੇ, ਜਿਵੇਂ ਜਿਵੇਂ ਉਵੇਂ ਆਪਾਂ ਧਿਆਨ ਲਗਾਉਣਾ ਹੈ। ਆਪਾਂ ਜ਼ਿਆਦਾ ਜਿਹੜਾ ਨਵੇਂ ਜੀਵ ਨੇ ਉਹਨਾਂ ਜ਼ਿਆਦਾ ਅਭਿਆਸ ਇਸ ਪੁਆਇੰਟ 'ਤੇ ਨੀਚੇ ਕਰਨਾ ਹੁੰਦਾ ਹੈ। ਉਨੀ ਦੇਰ ਇੱਥੇ ਕਰਨਾ ਜਿੰਨੀ ਦੇਰ ਸਾਨੂੰ ਪ੍ਰਕਾਸ਼ ਆਪਣੇ ਮੁਖ 'ਤੇ ਚੜ੍ਹਨਾ ਸ਼ੁਰੂ ਨਹੀਂ ਹੋ ਜਾਂਦਾ, ਜਿੰਨੀ ਦੇਰ ਸਾਡਾ ਨੱਕ ਜਿਹੜਾ ਹੈ ਸ਼ੀਸ਼ੇ ਦੀ ਤਰ੍ਹਾਂ ਨਹੀਂ ਚਮਕਣ ਲੱਗ ਜਾਂਦਾ। ਫਿਰ ਸਾਹਮਣੇ ਸਾਹਮਣੇ ਕਰਦੇ ਕਰਦੇ ਮੁੱਖ ਪ੍ਰਕਾਸ਼ ਹੋ ਜਾਏਗਾ, ਉਜਲ ਹੋ ਜਾਏਗਾ। ਸਾਰਾ ਮੁੱਖ ਹੀ ਆਪਾਂ ਨੂੰ ਇੱਕ ਸ਼ੀਸ਼ੇ ਦੀ ਤਰ੍ਹਾਂ ਅਨੁਭਵ ਹੋਏਗਾ। ਆਪਾਂ ਨੂੰ ਇੱਦਾਂ ਅਨੁਭਵ ਹੋਏਗਾ ਕਿ ਸਾਡੀ ਗਰਦਨ ਦੇ ਉੱਤੇ ਸਾਰਾ ਪ੍ਰਕਾਸ਼ ਹੈ। ਸਿਰਫ ਇੰਨਾ ਕੁ ਆਪਾਂ ਨੂੰ ਦਾੜੀ ਨਜ਼ਰ ਆਏਗੀ, ਇਸ ਤੋਂ ਬਿਨਾਂ ਆਪਣੇ ਫੇਸ 'ਤੇ ਕੁਛ ਵੀ ਨਜ਼ਰ ਨਹੀਂ ਆਏਗਾ। ਸਾਰਾ ਪ੍ਰਕਾਸ਼ ਹੋ ਜਾਏਗਾ। ਸੋ ਆਓ ਸਮ ਕਰਕੇ ਪਹਿਲਾਂ ਦੇਖੋ ਆਪਣੇ ਆਪ ਨੂੰ। ਦੇਖੋ, ਜੇ ਕੋਈ ਨਵਾਂ ਜੀਵ ਉਸਨੇ ਦੇਖਣਾ ਨੱਕ ਦਿਸਦਾ ਹੈ, ਕਿਸ ਪਾਸੇ ਦਿਸਦਾ ਹੈ। ਸਾਹਮਣੇ ਲੈ ਕੇ ਆਓ ਧਿਆਨ। ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦਿਓ।
फिर सामने लेके आइए। सम करके देखी नकते अपने आप ਨੂੰ। नीचे ले जो ਹੁਣ ਧਿਆਨ ਬਿਲਕੁਲ ਰਿਲੈਕਸ ਦੇਖਣਾ ਹੈ। ਜੋ ਥੱਲੇ ਵਿਛਿਆ ਜਿੱਥੇ ਆਪਾਂ ਬੈਠੇ ਹਾਂ, ਜੋ ਚਾਦਰ ਕੁਛ ਵੀ ਹੈ ਥੱਲੇ, ਉਸ ਤੋਂ ਥੋੜਾ ਉੱਪਰ ਦੇਖਣ ਦੀ ਕੋਸ਼ਿਸ਼ ਕਰਨੀ ਹੈ। ਇੱਥੇ ਸਾਨੂੰ ਇੱਕ ਪ੍ਰਕਾਸ਼ ਅਨੁਭਵ ਹੋਣਾ ਸ਼ੁਰੂ ਹੋ ਜਾਏਗਾ। पानी की तरह होएगा लेकिन है प्रकाश। एक हलचल अनुभव होनी शुरू होगी। फिर सम करके अपने आप को देखिए। फिर नीचे ले जो ध्यान।
सामने लेके आइए ध्यान। मस्तक दे सामने लै जो ध्यान, पलक उत्ते चुक दो।
ਸਾਹਮਣੇ ਲੈ ਕੇ ਆਈਏ। नीचे लेके आइए ध्यान। और सम करके देखिए अपने आप को। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਅਭਿਆਸ ਕਰਨਾ ਹੈ, ਪਿਆਰ ਪਾਉਣਾ ਹੈ, ਉਸ ਪ੍ਰਭੂ ਦੇ ਦਰਸ਼ਨਾਂ ਦੀ ਤਾਂਘ ਕਰਨੀ ਹੈ, ਲੋਚਾ ਪੈਦਾ ਕਰਨੀ ਹੈ ਮਨ ਦੇ ਵਿੱਚ, ਤਾਂ ਕਿ ਕਿਉਂਕਿ ਉਹ ਜਾਣਦਾ ਹੈ ਕਟ ਕਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਜਿਹਾ ਸਾਡੇ ਅੰਦਰ ਪਿਆਰ ਹੋਏਗਾ ਉਹ ਜਿਹਾ ਸਾਨੂੰ ਫਲ ਪ੍ਰਾਪਤ ਹੁੰਦਾ ਹੈ। ਉਹ ਸਾਰਿਆਂ ਨੂੰ ਸਾਨੂੰ ਇੱਕ ਨਜ਼ਰ ਨਾਲ ਦੇਖਦਾ ਹੈ, ਪਰ ਸਾਡੇ ਅੰਦਰ ਕਿੰਨਾ ਕੁ ਪਿਆਰ ਹੈ ਉਸ ਪ੍ਰਤੀ, ਉਹ ਜਿਹਾ ਸਾਨੂੰ ਫਲ ਮਿਲਦਾ ਹੈ। ਮਹਾਰਾਜ ਸਮਝਾਉਂਦੇ ਨੇ, ਸਤਿਗੁਰ ਸਭ ਕੋ ਏਕ ਨਦਰ ਕਰ ਦੇਖਦਾ, ਜਿਹਾ ਪਾਓ ਤਿਹੋ ਫਲ ਪਾਏ। ਸੋ ਆਪਾਂ ਅੰਦਰੋਂ ਬਿਲਕੁਲ ਨਿਸ਼ਕਪਟ ਹੋ ਕੇ ਉਸ ਪ੍ਰਭੂ ਦੇ ਦਰਸ਼ਨਾਂ ਦੀ ਤਾਂਘ ਕਰਨੀ ਹੈ, ਮਾਲਕ ਦੇ ਨਾਲ ਦਰਸ਼ਨਾਂ ਦਾ ਚਾਅ ਪੈਦਾ ਕਰਨਾ ਹੈ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।